ਜੈਮ ਸਿੱਧੀ ਸਾਰਿਆਂ ਨੂੰ ਪ੍ਰੇਜ਼ ਦਾ ਲਾਰਡ। ਖੁਦਾਵੰਦ ਖੁਦਾ ਦੀ ਹਜ਼ੂਰੀ 'ਚ ਇੱਕ ਵਾਰ ਫਿਰ ਅਸੀਂ ਲਾਈਵ ਖੁਦਾ ਦੀ ਹਜ਼ੂਰੀ ਦੇ ਵਿੱਚ ਆਏ ਹਾਂ ਔਰ ਮੇਰੇ ਨਾਲ ਮੇਰੀ ਪਤਨੀ ਕਮਲੇਸ਼ ਔਰ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਨਗੇ ਔਰ ਖੁਦਾਵੰਦ ਖੁਦਾ ਦੀ ਹਜ਼ੂਰੀ ਦੇ ਵਿੱਚ ਅਸੀਂ ਜੁੜਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਕਿ ਤੁਸੀਂ ਸਾਰੇ ਲਾਈਵ ਹੋਵੋ ਔਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਵਧੋ, ਆਈਏ ਅਸੀਂ ਅੱਜ ਦੇ ਵਚਨ ਦੇ ਲਈ, ਅੱਜ ਦੇ ਕਲਾਮ ਦੇ ਲਈ ਖੁਦਾ ਦੇ ਅੱਗੇ ਦੁਆ ਕਰਾਂਗੇ ਤਾਂ ਕਿ ਪਵਿੱਤਰ ਆਤਮਾ ਅੱਜ ਸਾਡੇ ਨਾਲ ਗੱਲ ਕਰੇ। ਪ੍ਰਾਰਥਨਾ ਦੀ ਹਾਲਤ ਦੇ ਵਿੱਚ ਆਵਾਂਗੇ ਅਸੀਂ। ਆਈਏ ਆਪਾਂ ਸਾਰੇ ਪ੍ਰਾਰਥਨਾ ਵਿੱਚ ਸ਼ਾਮਲ ਹੁੰਦੇ ਹਾਂ ਤੇ ਧੰਨਵਾਦ ਕਰਦੇ ਖੁਦਾ ਦਾ ਕਿ ਆਪਾਂ ਵਚਨ ਵਾਸਤੇ ਪ੍ਰਾਰਥਨਾ ਕਰਨ ਜਾ ਰਹੇ ਹਾਂ। ਹਾਲੇਲੂਇਆ। ਪਿਆਰੇ ਪ੍ਰਭੂ ਜੀ, ਤੁਹਾਡਾ ਧੰਨਵਾਦ ਕਰਦੇ ਖੁਦਾ, ਤੁਹਾਡੀ ਮਹਿਮਾ ਵਡਿਆਈ ਕਰਦੇ ਜਿਉਂਦੇ ਪਰਮੇਸ਼ਵਰ। ਇਸ ਸਮੇਂ ਪਿਤਾ ਜੋ ਅਸੀਂ ਵਚਨ ਦੇ ਵਿੱਚ ਚੱਲਣ ਜਾ ਰਹੇ ਹਾਂ ਪਿਤਾ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੇ ਪ੍ਰਭੂ ਔਰ ਪ੍ਰਾਰਥਨਾ ਕਰਦੇ ਇਸ ਸਮੇਂ ਪ੍ਰਭੂ ਜਿੰਨੇ ਭੈਣ ਭਾਈ ਬੱਚੇ ਆਪਣੇ ਘਰਾਂ 'ਚ ਹਨ ਪਿਤਾ ਇਸ ਸਮੇਂ ਐ ਖੁਦਾ ਇਸ ਸਮੇਂ ਤੁਹਾਡਾ ਆਨੰਦ, ਤੁਹਾਡਾ ਜਲਾਲ, ਤੁਹਾਡਾ ਅਨੁਗ੍ਰਹਿ ਖੁਦਾ ਉਹਨਾਂ ਦੀ ਜ਼ਿੰਦਗੀ 'ਚ ਮੰਗਦੀ ਹਾਂ ਪਿਆਰੇ ਪ੍ਰਭੂ ਜੀ। ਪਿਆਰੇ ਪ੍ਰਭੂ ਜੀ, ਅੱਜ ਜਿੰਨੇ ਵੀ ਤੁਹਾਡੇ ਕਲਾਮ ਨੂੰ ਸੁਣਨ ਮੇਰੇ ਪ੍ਰਭੂ ਸਰੀਰਕ ਚੰਗਿਆਈ ਔਰ ਉਸ ਤੋਂ ਵੱਡੀ ਆਤਮਿਕ ਚੰਗਿਆਈ ਨੂੰ ਲੈ ਸਕਣ ਮੇਰੇ ਪ੍ਰਭੂ ਜੀ। ਆਪਣੇ ਦਿਲਾਂ ਨੂੰ ਖੋਲਣ ਮੇਰੇ ਖੁਦਾ, ਤੁਹਾਡੀ ਆਵਾਜ਼ ਨੂੰ ਸੁਣਨ ਔਰ ਆਪਣੀ ਜ਼ਿੰਦਗੀ 'ਚ ਪਿਤਾ ਤੁਹਾਨੂੰ ਬੁਲਾ ਸਕਣ ਮੇਰੇ ਪਿਤਾ। ਧੰਨਵਾਦ ਖੁਦਾ, ਤੁਹਾਡੀ ਮਹਿਮਾ ਅਤੇ ਵਡਿਆਈ ਕਰਦੀ ਪਿਆਰੇ ਪ੍ਰਭੂ ਜੀ। ਪਿਤਾ ਅਗਰ ਕੋਈ ਸਮੇਂ ਬਿਮਾਰ ਹੈ, ਯਿਸੂ ਰਾਜਾ ਤੁਸੀਂ ਚੰਗਾ ਕਰਨ ਜਾ ਰਹੇ ਹੋ ਪਿਤਾ ਆਪਣੇ ਵਚਨ ਦੇ ਜ਼ਰੀਏ, ਕਿਉਂਕਿ ਤੁਹਾਡਾ ਵਚਨ ਛੁਟਕਾਰਾ ਦਿੰਦਾ ਹੈ, ਆਜ਼ਾਦੀ ਦਿੰਦਾ ਹੈ ਮੇਰੇ ਪ੍ਰਭੂ ਜੀ। ਔਰ ਖੁਦਾ ਤੁਹਾਡਾ ਧੰਨਵਾਦ ਕਰਦੇ ਤੇ ਵਿਸ਼ਵਾਸ ਕਰਦੇ ਹਾਂ ਪਿਤਾ ਇੱਕ ਇੱਕ ਰੂਹ ਦੇ ਨਾਲ, ਇੱਕ ਇੱਕ ਜਨ ਦੇ ਨਾਲ ਖੁਦਾ, ਇੱਕ ਇੱਕ ਘਰ ਦੇ ਨਾਲ ਤੁਹਾਡਾ ਆਤਮਾ ਮੌਜੂਦ ਹੈ ਪ੍ਰਭੂ ਜੀ। ਤੁਸੀਂ ਆਪਣੇ ਬੱਚਿਆਂ ਦੀ ਨਿਗਹਿਬਾਨੀ ਕਰਨ ਜਾ ਰਹੇ ਹੋ ਪ੍ਰਭੂ ਜੀ। ਧੰਨਵਾਦ ਕਰਦੇ ਪ੍ਰਭੂ ਖੁਦਾ ਜਿਨ੍ਹਾਂ ਨੂੰ ਅੱਜ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਮੇਰੇ ਪਿਤਾ। ਤੁਹਾਡਾ ਵਚਨ ਦੱਸਦਾ ਕਿ ਤੁਸੀਂ ਕਦੇ ਵੀ ਕਿਸੇ ਨੂੰ ਜਵਾਬ ਨਹੀਂ ਦਿੰਦੇ ਮੇਰੇ ਪ੍ਰਭੂ ਜੀ। ਤੁਹਾਡੇ ਅੱਗੇ ਦੁਆ ਕਰਦੇ ਹਾਂ ਪਿਤਾ ਪਰਮੇਸ਼ਵਰ, ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਹੈ ਪਿਤਾ ਅੱਜ ਯਿਸੂ ਮਸੀਹ ਤੁਸੀਂ ਛੁਟਕਾਰਾ ਦੇਣ ਜਾ ਰਹੇ ਹੋ ਪ੍ਰਭੂ ਜੀ। ਇਹ ਗਵਾਹੀਆਂ ਖੁਦਾ ਤੁਹਾਡੇ ਸਵਰਗ ਦੇ ਲਈ ਤਿਆਰ ਹੋ ਸਕਣ ਮੇਰੇ ਪ੍ਰਭੂ ਜੀ। ਖੁਦਾ ਤੁਹਾਡਾ ਧੰਨਵਾਦ ਕਰਦੇ, ਤੁਹਾਡੀ ਮਹਿਮਾ ਵਡਿਆਈ ਕਰਦੇ ਪ੍ਰਭੂ ਜੀ। ਇਹ ਬਾਕੀ ਦਾ ਸਮਾਂ ਪਵਿੱਤਰ ਆਤਮਾ ਤੁਹਾਡੇ ਹੱਥਾਂ ਵਿੱਚ ਦਿੰਦੇ ਹਾਂ ਪ੍ਰਭੂ ਔਰ ਜਿੰਨੇ ਵਚਨ ਸੁਣੇ ਜਾ ਰਹੇ ਹਨ ਇਸੇ ਵਕਤ ਉਹਨਾਂ ਦੀਆਂ ਜ਼ਿੰਦਗੀਆਂ 'ਚ ਵੱਡਾ ਕੰਮ ਹੋਣੇ ਪਾਏ ਪਿਤਾ, ਉਹਨਾਂ ਦੀ ਆਤਮਿਕ ਉન્નਤੀ ਦੇ ਵਿੱਚ ਤਰੱਕੀ ਹੋਣੇ ਪਾਏ ਪ੍ਰਭੂ ਜੀ। ਧੰਨਵਾਦ ਕਰਦੇ ਯਿਸੂ ਮਸੀਹ ਦੇ ਨਾਮ ਵਿੱਚ ਤੁਹਾਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਹਾਲੇਲੂਇਆ। ਖੁਦਾਵੰਦ ਖੁਦਾ ਅੱਜ ਦੇ ਸਮੇਂ ਦੇ ਲਈ, ਅੱਜ ਦੇ ਦਿਨ ਦੇ ਲਈ ਤੁਹਾਨੂੰ ਸਾਰਿਆਂ ਨੂੰ ਤਿਆਰ ਕਰੇ। ਇਸ ਤੋਂ ਪਹਿਲਾਂ ਕਿ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵਿੱਚ ਜਾਈਏ ਔਰ ਖੁਦਾ ਦੀ ਹਜ਼ੂਰੀ ਦੇ ਵਿੱਚ ਵਧੀਏ, ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਚੰਗੇ ਹੋਵੋਗੇ ਔਰ ਮੇਰੀ ਪ੍ਰਾਰਥਨਾ ਹਰ ਰੋਜ਼ ਤੁਹਾਡੇ ਵਾਸਤੇ ਰਹਿੰਦੀ ਆ। ਸ਼ਿਫਾ ਚਰਚ ਮਿਨਿਸਟਰੀ ਦੇ ਲਈ, ਹਰ ਭੈਣ ਭਾਈ ਦੇ ਲਈ, ਹਰ ਛੋਟੇ ਬੱਚੇ ਜਵਾਨ ਬਜ਼ੁਰਗ ਦੇ ਲਈ। ਔਰ ਖੁਦਾ ਦੀ ਹਜ਼ੂਰੀ 'ਚ ਤੁਸੀਂ ਬੜੇ ਵੱਧ ਰਹੇ ਹੋ ਔਰ ਪਰਮੇਸ਼ਵਰ ਨੇ ਅੱਜ ਫਿਰ ਮੈਨੂੰ ਵਚਨ ਦੇ ਕੇ ਤੁਹਾਡੇ ਲਈ ਤਿਆਰ ਕੀਤਾ ਕਿ ਅੱਜ ਮੈਂ ਸਪੈਸ਼ਲ ਪ੍ਰੇਅਰ ਤੁਹਾਡੇ ਲਈ ਕਰ ਸਕਾਂ ਔਰ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੀ ਸਮਰਥ ਠਹਿਰ ਸਕੇ, ਪ੍ਰਭੂ ਦਾ ਗਿਆਨ ਠਹਿਰ ਸਕੇ, ਪ੍ਰਭੂ ਦੀ ਅਨੋਖੀ ਬਰਕਤ ਠਹਿਰ ਸਕੇ। ਪਰਮੇਸ਼ਵਰ ਦੇ ਅਨੇਕ ਪ੍ਰਕਾਰ ਦੇ ਯੋਜਨਾਵਾਂ, ਪਲਾਨ, ਪ੍ਰਭੂ ਦੀ ਇੱਛਾ ਕੀ ਆ ਉਹ ਤੁਸੀਂ ਜਾਣ ਸਕੋ, ਖੁਦਾ ਦੀ ਹਜ਼ੂਰੀ ਦੇ ਵਿੱਚ ਵੱਧ ਸਕੋ ਔਰ ਆਪਣੀ ਜੀਵਨ ਦੇ ਵਿੱਚ ਕਾਮਯਾਬੀ, ਸਕਸੈਸ ਨੂੰ ਹਾਸਲ ਕਰ ਸਕੋ, ਕਿਉਂਕਿ ਕਾਮਯਾਬੀ ਜਿਹੜੀ ਆ ਪਰਮੇਸ਼ਵਰ ਸਾਨੂੰ ਆਪਣੇ ਵਚਨ ਦੇ ਮੁਤਾਬਿਕ ਦਿੰਦਾ ਆ। ਔਰ ਅੱਜ ਬਹੁਤ ਖਾਸ ਗੱਲਾਂ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਪਰਮੇਸ਼ਵਰ ਦੇ ਪਵਿੱਤਰ ਵਚਨ 'ਚੋਂ। ਔਰ ਖੁਦਾਵੰਦ ਖੁਦਾ ਦਾ ਵਚਨ ਰੋਜ਼ ਸਾਡੇ ਨਾਲ ਗੱਲ ਕਰਦਾ ਤੇ ਰੋਜ਼ ਸਾਨੂੰ ਚਲਾਉਂਦਾ ਤੇ ਰੋਜ਼ ਸਾਡੀ ਦੇਖਭਾਲ ਕਰਨ ਵਾਲਾ ਪਰਮੇਸ਼ਵਰ ਦਾ ਵਚਨ ਆ, ਕਿਉਂਕਿ ਪਰਮੇਸ਼ਵਰ ਆਪਣੇ ਦੂਤਾਂ ਨੂੰ ਮਿਲੇ ਤੋਂ ਬਗੈਰ ਰਹਿ ਸਕਦਾ ਆ, ਪਰ ਪਰਮੇਸ਼ਵਰ ਆਪਣੇ ਬਣਾਏ ਹੋਏ ਇਨਸਾਨਾਂ ਨੂੰ ਮਿੱਟੀ ਦੇ ਵਿੱਚੋਂ, ਜਿਹੜੇ ਪਰਮੇਸ਼ਵਰ ਨੇ ਮਿਹਨਤ ਕਰਕੇ ਬਣਾਏ, ਪਰਮੇਸ਼ਵਰ ਉਹਨਾਂ ਤੋਂ ਬਗੈਰ ਨਹੀਂ ਰਹਿੰਦਾ। ਪਰਮੇਸ਼ਵਰ ਉਹਨਾਂ ਦੇ ਲਈ ਆਪਣਾ ਧਿਆਨ ਲਗਾਉਂਦਾ ਆ, ਆਪਣਾ ਫੋਕਸ ਕਰਦਾ ਆ, ਉਹਨਾਂ ਦੀ ਨਿਗਾਹਬਾਨੀ ਕਰਦਾ ਆ, ਉਹਨਾਂ ਦੇ ਉੱਤੇ ਆਪਣਾ ਅਨੁਗ੍ਰਹਿ ਰੱਖਦਾ ਆ, ਉਹਨਾਂ ਦੀ ਸ਼ਾਂਤੀ ਬਣੀ ਰਹੇ ਪਰਮੇਸ਼ਵਰ ਦੀ ਹਮੇਸ਼ਾ ਹੀ।
ਇਹ ਯੋਜਨਾ ਰਹਿੰਦੀ ਆ, ਪਰਮੇਸ਼ਵਰ ਦੀ ਇਹ ਸੋਚ ਰਹਿੰਦੀ ਆ ਤੁਹਾਡੇ ਪ੍ਰਤੀ। ਮੇਰੀ ਸਿਸਟਰ, ਮੇਰੇ ਬ੍ਰਦਰਸ, ਮੇਰੇ ਐਲਡਰ, ਮੇਰੇ ਜੂਨੀਅਰ, ਔਰ ਮੈਂ ਸਭ ਦੇ ਲਈ, ਆਪਣੇ ਬੱਚਿਆਂ ਦੇ ਲਈ ਪ੍ਰਾਰਥਨਾ ਕਰਨਾ ਚਾਹੁੰਦਾ ਅੱਜ ਦੇ ਸਮੇਂ ਦੇ ਲਈ। ਅੱਜ ਗੋਡ ਦਾ ਆਤਮਾ ਤੁਹਾਨੂੰ ਹੀਲ ਕਰੇ, ਗੋਡ ਦਾ ਆਤਮਾ ਤੁਹਾਨੂੰ ਟੱਚ ਕਰੇ, ਪਰਮੇਸ਼ਵਰ ਦਾ ਕਲਾਮ ਤੁਹਾਨੂੰ ਟੱਚ ਕਰੇ, ਪਰਮੇਸ਼ਵਰ ਦੀ ਸਮਰਥ ਤੁਹਾਡੇ ਉੱਤੇ ਆਏ, ਪਰਮੇਸ਼ਵਰ ਦਾ ਅਭਿਸ਼ੇਕ ਤੁਹਾਨੂੰ ਬੜੇ ਹੀ ਸਮਰਥ ਦੇ ਨਾਲ ਚਲਾਏ, ਕਿਉਂਕਿ ਬਿਨਾਂ ਅਸੀਂ ਪਰਮੇਸ਼ਵਰ ਦੇ ਵਚਨ ਤੋਂ, ਬਿਨਾਂ ਪਰਮੇਸ਼ਵਰ ਦੇ ਗਿਆਨ ਤੋਂ ਅਸੀਂ ਅਧੂਰੇ ਹਾਂ। ਹਾਲੇਲੂਇਆ। ਔਰ ਬਾਈਬਲ ਦੇ ਵਿੱਚ ਵੀ ਸਪਸ਼ਟ ਲਿਖਿਆ ਆ ਕਿ ਗਿਆਨ ਥੋੜੀ ਪਰਜਾ ਉਹਦੀ ਨਾਸ਼ ਹੋ ਜਾਂਦੀ ਆ। ਘੱਟ ਗਿਆਨ ਦੇ ਕਾਰਨ ਜਿਹੜੇ ਲੋਕ ਆ ਉਹ ਨਾਸ਼ ਹੋ ਜਾਂਦੇ ਆ। ਉਹ ਆਪਣੇ ਜੀਵਨ ਦੇ ਵਿੱਚ ਮਸੀਹ ਤੱਕ ਨਹੀਂ ਪਹੁੰਚ ਪਾਉਂਦੇ, ਮਸੀਹ ਦੇ ਗਿਆਨ ਤੱਕ ਨਹੀਂ ਪਹੁੰਚ ਪਾਉਂਦੇ, ਕਿਉਂਕਿ ਜਿਹੜਾ ਦੁਸ਼ਟ ਆ ਅੱਛੀ ਸਿੱਖਿਆ, ਅੱਛਾ ਗਿਆਨ ਉਹਨਾਂ ਤੱਕ ਨਹੀਂ ਪਹੁੰਚਣ ਦਿੰਦਾ। ਇਸ ਕਰਕੇ ਸਾਨੂੰ ਅੱਜ ਜ਼ਰੂਰੀ ਇਹ ਗੱਲਾਂ ਸਿੱਖਣ ਦੇ ਲਈ ਮਿਲਣ ਜਾ ਰਹੀਆਂ ਕਿ ਸਾਡੇ ਜੀਵਨ ਦੇ ਵਿੱਚ ਠਹਿਰਾਓ ਹੋਣਾ ਚਾਹੀਦਾ, ਸਾਡੇ ਜੀਵਨ ਦੇ ਵਿੱਚ ਇੱਕ ਇਹੋ ਜਿਹਾ ਬਦਲਾਅ ਹੋਣਾ ਚਾਹੀਦਾ ਆ। ਔਰ ਮੈਂ ਪਰਮੇਸ਼ਵਰ ਦੇ ਵਚਨ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ, ਔਰ ਅੱਜ ਜ਼ਰੂਰ ਤੁਹਾਨੂੰ ਗੋਡ ਦਾ ਵਚਨ ਹੀਲ ਕਰੇਗਾ। ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਹੀਲ ਹੋਵੋਗੇ ਔਰ ਆਪਣੇ ਜੀਵਨ 'ਚ ਬਰਕਤ ਪਾਓਗੇ। ਔਰ ਫਟਾਫਟ ਜਲਦੀ ਤੁਸੀਂ ਆਪਣੀਆਂ ਸਥਾਨਾਂ ਦੇ ਉੱਤੇ ਰੈਡੀ ਹੋ ਜਾਓ, ਕਿਉਂਕਿ ਅੱਜ ਮੈਂ ਸਪੈਸ਼ਲੀ ਪ੍ਰਾਰਥਨਾ ਕਰਾਂਗਾ ਜਿਹੜੇ ਲੋਕ ਬਿਮਾਰ ਵੀ ਆ, ਲਾਚਾਰ ਵੀ ਆ, ਉਹਨਾਂ ਦੇ ਲਈ ਵੀ। ਔਰ ਮੈਂ ਗੋਡ ਦਾ ਧੰਨਵਾਦ ਕਰਦਾ ਹਾਂ। ਥੋੜ੍ਹਾ ਜਿਹਾ ਜਿਹੜਾ ਤੁਹਾਨੂੰ ਸਮੇਂ ਦੀ ਵੇਟ ਕਰਨਾ ਪੈ ਰਿਹਾ, ਔਰ ਆਪਾਂ ਜਲਦੀ ਅੱਗੇ ਵਧਣ ਜਾ ਰਹੇ ਹਾਂ। ਇਸ ਤੋਂ ਪਹਿਲਾਂ ਕਿ ਮੈਂ ਪਰਮੇਸ਼ਵਰ ਦੇ ਵਚਨ ਨੂੰ ਤੁਹਾਡੇ ਨਾਲ ਸ਼ੇਅਰ ਕਰਾਂ, ਤੁਸੀਂ ਅੱਗੇ ਵਧੋ ਆਤਮਾ ਦੇ ਵਿੱਚ। ਤੁਸੀਂ ਆਪਣੇ ਆਪਣੇ ਜਗ੍ਹਾ 'ਤੇ ਤਿਆਰ ਹੋਵੋ ਕਿ ਪਰਮੇਸ਼ਵਰ ਅੱਜ ਤੇਰਾ ਵਚਨ ਸਾਨੂੰ ਛੂਏ, ਤੇਰਾ ਵਚਨ ਸਾਨੂੰ ਟੱਚ ਕਰੇ, ਤੇਰਾ ਵਚਨ ਸਾਡੇ ਹਿਰਦੇ ਦੇ ਗਹਿਰਾਈਆਂ 'ਤੇ ਲਿਖਿਆ ਜਾਏ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪਰਮੇਸ਼ਵਰ ਦਾ ਜਿਹੜਾ ਵਚਨ ਆ, ਸ਼ੈਤਾਨ ਉਹਨੂੰ ਜਾਣਦਾ ਆ। ਦੁਸ਼ਟ ਜਿਹੜਾ ਆ, ਜਿਹਨੂੰ ਅਸੀਂ ਸ਼ੈਤਾਨ ਕਹਿੰਦੇ ਆ, ਉਹ ਵੀ ਪਰਮੇਸ਼ਵਰ ਦੇ ਵਚਨ ਨੂੰ ਜਾਣਦਾ ਆ। ਔਰ ਮੈਂ ਚਾਹੁੰਦਾ ਹਾਂ ਕਿ ਅਸੀਂ ਜਿੰਨਾ ਉਹ ਜਾਣਦਾ ਉਨਾ ਨਹੀਂ, ਬਲਕਿ ਉਸ ਤੋਂ ਜ਼ਿਆਦਾ ਜਾਣੀਏ, ਉਸ ਤੋਂ ਉੱਪਰ ਜਾਣੀਏ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਦਾ ਵਚਨ ਜਿਹੜਾ ਆ ਉਹ ਸਾਨੂੰ ਆਪਣੀ ਸਮਰਥ ਦੇ ਦੁਆਰਾ, ਆਪਣੇ ਅਭਿਸ਼ੇਕ ਦੇ ਦੁਆਰਾ ਖੜਾ ਕਰਦਾ ਤੇ ਚਲਾਉਂਦਾ ਆ। ਹਾਲੇਲੂਇਆ। ਔਰ ਚਲੋ ਤਿਆਰ ਹੋਵੋ। ਇਸ ਤੋਂ ਪਹਿਲਾਂ ਕਿ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਸ਼ੁਰੂ ਕਰੀਏ, ਖੁਦਾਵੰਦ ਖੁਦਾ ਜਿਹੜਾ ਤੁਹਾਨੂੰ ਦਿਨ ਰਾਤ ਤੁਹਾਡੀ ਉਡੀਕ ਦੇ ਵਿੱਚ ਤੁਹਾਨੂੰ ਉਡੀਕਦਾ, ਤੁਹਾਨੂੰ ਮੁਹੱਬਤ ਕਰਦਾ ਆ, ਕਿਉਂਕਿ ਬਾਈਬਲ ਦੱਸਦੀ ਆ ਪਰਮੇਸ਼ਵਰ ਨੇ ਇਨਸਾਨ ਦੇ ਲਈ ਆਪਣੇ ਆਪ ਆਪਣੇ ਪਵਿੱਤਰ ਬੇਟੇ ਨੂੰ ਦੇ ਦਿੱਤਾ ਤਾਂ ਕਿ ਇਨਸਾਨ ਬਚਾਇਆ ਜਾਵੇ। ਮੇਰੀ ਬੇਟੀ, ਮੇਰੇ ਬੇਟੇ, ਮੇਰੇ ਭਾਈ, ਮੇਰੀ ਭੈਣ, ਮੇਰੇ ਬਜ਼ੁਰਗ, ਮੇਰੇ ਬੱਚੇ, ਅੱਜ ਪਵਿੱਤਰ ਆਤਮਾ ਜਿਹੜਾ ਸਾਨੂੰ ਵਚਨਾਂ ਦੀ ਗਹਿਰਾਈਆਂ ਦੇ ਵਿੱਚ ਚੱਲਣਾ ਸਿਖਾਉਂਦਾ ਆ। ਪਵਿੱਤਰ ਆਤਮਾ ਸਾਨੂੰ ਵਚਨਾਂ ਦੀਆਂ ਜਿਹੜੀਆਂ ਗਹਿਰੀਆਂ ਗੱਲਾਂ ਆ ਉਹ ਸਾਨੂੰ ਸਿਖਾਉਂਦਾ ਆ। ਤੂੰ ਉਹਨਾਂ ਦੇ ਉੱਤੇ ਧਿਆਨ ਕਰ, ਤੂੰ ਉਹਨਾਂ ਦੇ ਉੱਤੇ ਆਪਣਾ ਫੋਕਸ ਕਰ। ਹਾਲੇਲੂਇਆ। ਅੱਜ ਦੀ ਰਾਤ ਪਵਿੱਤਰ ਆਤਮਾ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ, ਪ੍ਰਭੂ ਦਾ ਆਤਮਾ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ। ਮੈਂ ਪਿਛਲੇ ਕੁਝ ਦਿਨਾਂ ਤੋਂ ਖਾਸ ਕਰਕੇ ਪਿਛਲੇ ਸੰਡੇ ਦੀ ਪ੍ਰੇਅਰ ਦੇ ਵਿੱਚ ਮੈਂ ਬਹੁਤ ਸਾਰੀਆਂ ਟੈਸਟਮਨੀਆਂ ਸੁਣੀਆਂ, ਬਹੁਤ ਸਾਰੀਆਂ ਗਵਾਹੀਆਂ ਸੁਣੀਆਂ, ਜਿਨ੍ਹਾਂ ਦੀ ਜੀਵਨਾਂ ਦੇ ਵਿੱਚ ਪਰਮੇਸ਼ਵਰ ਨੇ ਵੱਡੇ ਤੇ ਅਨੋਖੇ ਕੰਮ ਕੀਤੇ। ਅੱਜ ਪਰਮੇਸ਼ਵਰ ਇੱਕ ਹੋਰ ਨਵਾਂ ਕੰਮ ਤੁਹਾਡੀ ਲਾਈਫ 'ਚ ਕਰੇਗਾ ਜਦੋਂ ਤੁਸੀਂ ਪਰਮੇਸ਼ਵਰ ਦੇ ਗ੍ਰੇਟਫੁਲ ਵਚਨ ਨੂੰ ਸੁਣੋਗੇ, ਪਰਮੇਸ਼ਵਰ ਦੇ ਸਮਰਥੀ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰੋਗੇ, ਉਹਦੀ ਸਮਰਥ ਨੂੰ ਆਪਣੇ ਲਾਈਫ ਦੇ ਵਿੱਚ ਲਾਗੂ ਕਰੋਗੇ। ਹਾਲੇਲੂਇਆ। ਮੈਨੂੰ ਪਤਾ ਤੁਸੀਂ ਆਪਣੇ ਪਰਿਵਾਰ ਦੇ ਨਾਲ, ਆਪਣੀ ਫੈਮਿਲੀ ਦੇ ਨਾਲ ਬੈਠ ਕੇ ਪਰਮੇਸ਼ਵਰ ਦੇ ਵਚਨ ਦੇ ਵਿੱਚ ਜਾਣ ਲਈ ਬਿਲਕੁਲ ਤਿਆਰ ਹੋ। ਹਾਲੇਲੂਇਆ। ਤੇ ਤੁਸੀਂ ਤਿਆਰ ਹੋ ਚੁੱਕੇ ਹੋ ਤੇ ਪਵਿੱਤਰ ਆਤਮਾ ਵੀ ਤੁਹਾਨੂੰ ਬਲੈਸਿੰਗ ਦੇਣ ਲਈ ਤਿਆਰ ਆ। ਹਾਲੇਲੂਇਆ। ਔਰ ਬਾਈਬਲ ਦੱਸਦੀ ਆ ਪਰਮੇਸ਼ਵਰ ਆਪਣੇ ਦੂਤਾਂ ਨੂੰ ਹੁਕਮ ਦਿੰਦਾ ਆ, ਆਪਣੇ ਦੂਤਾਂ ਨੂੰ ਹੁਕਮ ਦਿੰਦਾ ਕਿ ਸਾਡੀ ਉਹ ਟਹਿਲ ਸੇਵਾ ਕਰਨ। ਹਾਲੇਲੂਇਆ। ਪਰਮੇਸ਼ਵਰ ਆਪਣੇ ਦੂਤਾਂ ਨੂੰ ਹੁਕਮ ਦਿੰਦਾ ਆ ਕਿ ਉਹ ਸਾਡੀ ਟਹਿਲ ਸੇਵਾ ਕਰਨ।
ਤੇ ਪਰਮੇਸ਼ਵਰ ਜਦੋਂ ਆਪਣੇ ਦੂਤਾਂ ਨੂੰ ਇਹ ਹੁਕਮ ਦਿੰਦਾ ਕਿ ਮੇਰੇ ਲੋਕਾਂ ਦੀ ਟਹਿਲ ਸੇਵਾ ਕਰੋ, ਅਤੇ ਫਿਰ ਖੁਦਾ ਦੇ ਜਿਹੜੇ ਦੂਤ ਆ ਉਹ ਸਾਡੀ ਸੇਵਾ ਦੇ ਵਿੱਚ ਆਉਂਦੇ ਆ। ਆਮੇਨ, ਹਾਲੇਲੂਇਆ। ਫਟਾਫਟ ਪਰਮੇਸ਼ਵਰ ਜਿਹੜਾ ਆ ਆਪਣੇ ਵਚਨ ਨੂੰ ਸਾਡੇ ਲਈ ਘੱਲ ਕੇ ਸਾਨੂੰ ਤੰਦਰੁਸਤੀ ਬਖਸ਼ਦਾ ਆ। ਹਾਲੇਲੂਇਆ। ਸਾਰੀਆਂ ਗੱਲਾਂ ਭੁੱਲ ਸਕਦੇ ਹੋ, ਸਾਰੀਆਂ ਗੱਲਾਂ ਡਿਲੀਟ ਕਰ ਸਕਦੇ ਹੋ, ਖਾਣਾ ਪੀਣਾ ਭੁੱਲ ਸਕਦਾ, ਪਰ ਪਰਮੇਸ਼ਵਰ ਦਾ ਜਿਹੜਾ ਵਚਨ ਆ ਸਾਡੀ ਜ਼ਿੰਦਗੀ ਦੀ ਰੋਟੀ ਆ, ਸਾਡੀ ਜ਼ਿੰਦਗੀ ਦਾ ਪਾਣੀ ਆ, ਔਰ ਸਾਨੂੰ ਸਕਸੈਸ ਦਿੰਦਾ, ਸਾਨੂੰ ਕਾਮਯਾਬ ਕਰਦਾ। ਤੇ ਮੈਂ ਚਾਹਨਾ ਆਪਣਾ ਧਿਆਨ ਜਿਹੜਾ ਪਰਮੇਸ਼ਵਰ ਦੇ ਵਚਨ ਦੇ ਵੱਲ ਲੈ ਕੇ ਆਈਏ। ਹਾਲੇਲੂਇਆ। ਅਰ ਬਹੁਤ ਖਾਸ ਗੱਲਾਂ ਜਿਹੜੀਆਂ ਖੁਦਾ ਦੇ ਵਚਨ ਦੇ ਵਿੱਚੋਂ ਅੱਜ ਅਸੀਂ ਸਿੱਖਣ ਜਾ ਰਹੇ ਹਾਂ, ਔਰ ਮੈਂ ਸਭ ਦੇ ਲਈ ਸਪੈਸ਼ਲ ਪ੍ਰੇ ਕਰਨ ਜਾ ਰਹੇ ਹਾਂ। ਔਰ ਰੈਡੀ ਹੋ ਜਾਓ ਆਪਣੀ ਜਗ੍ਹਾ 'ਤੇ, ਕਿਉਂਕਿ ਅੱਜ ਦੀ ਪ੍ਰਾਰਥਨਾ ਤੋਂ ਬਾਅਦ ਤੁਸੀਂ ਬਰਕਤਹੀਣ ਨਹੀਂ ਰਹੋਗੇ, ਬਲਕਿ ਬਹੁਤ ਸਾਰੀਆਂ ਤੁਹਾਡੇ ਉੱਤੇ ਪਰਮੇਸ਼ਵਰ ਦੀਆਂ ਰਹਿਮਤਾਂ ਔਰ ਭਲਾਈਆਂ ਤੁਸੀਂ ਆਪਣੀ ਲਾਈਫ ਦੇ ਵਿੱਚ ਦੇਖੋਗੇ, ਯਿਸੂ ਮਸੀਹ ਦੇ ਨਾਮ ਦੇ ਵਿੱਚ। ਔਰ ਜਦੋਂ ਅਸੀਂ ਜ਼ਬੂਰ 112 ਅਧਿਆਏ ਪੜ੍ਹਦੇ ਹਾਂ, ਅੱਜ ਅਸੀਂ ਇਸ ਦੇ ਉੱਤੇ ਮਨਨ ਕਰਨ ਜਾ ਰਹੇ ਹਾਂ। ਪਰਮੇਸ਼ਵਰ ਦੇ ਸਮਰਥੀ ਵਚਨ ਦੇ ਉੱਤੇ ਅੱਜ ਅਸੀਂ ਮਨਨ ਕਰਨ ਜਾ ਰਹੇ ਹਾਂ। ਜਦੋਂ ਅਸੀਂ ਜ਼ਬੂਰ 112 ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਦੇਖਦੇ ਹਾਂ, ਜੋ ਰਾਜਾ ਦਾਊਦ ਦੇ ਦੁਆਰਾ ਇਹ ਜਿਹੜੇ ਭਜਨ ਲਿਖੇ ਗਏ ਆ, ਇਹਨਾਂ ਨੂੰ ਅਸੀਂ ਜਦੋਂ ਧਿਆਨ ਨਾਲ ਦੇਖਦੇ ਹਾਂ ਤੇ ਇੱਥੇ ਜਦੋਂ ਲਿਖਿਆ ਆ, ਮੈਂ ਪੜਾਂਗਾ ਪਹਿਲੀ ਆਇਤ ਨੂੰ। ਹਾਲੇਲੂਇਆ। ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾ ਦਾ ਭੈ ਮੰਨਦਾ, ਉਹ ਉਸ ਦੇ ਹੁਕਮਾਂ ਵਿੱਚ ਬਹੁਤ ਮਗਨ ਰਹਿੰਦਾ ਹੈ। ਹਾਲੇਲੂਇਆ। ਪ੍ਰਭੂ ਦੇ ਵਚਨ 'ਚ ਲਿਖਿਆ ਆ ਕਿ ਧੰਨ ਹੈ ਉਹ ਇਨਸਾਨ ਜੋ ਪਰਮੇਸ਼ਵਰ ਦਾ ਭੈ ਮੰਨਦਾ ਅਤੇ ਉਹਦੇ ਹੁਕਮਾਂ ਦੇ ਵਿੱਚ ਮਗਨ ਰਹਿੰਦਾ ਆ। ਖੁਦਾ ਦੇ ਲੋਕੋ, ਅੱਜ ਅਸੀਂ ਮਗਨ ਆ, ਅੱਜ ਅਸੀਂ ਇੰਟਰਸਟਡ ਆ, ਅੱਜ ਅਸੀਂ ਆਪਣਾ ਧਿਆਨ ਲਗਾ ਰਹੇ ਹਾਂ, ਅੱਜ ਅਸੀਂ ਆਪਣਾ ਯਕੀਨ ਰੱਖ ਰਹੇ ਹਾਂ। ਪਰ ਬਾਈਬਲ ਦੇ ਵਿੱਚ ਲਿਖਿਆ ਆਪਣਾ ਯਕੀਨ ਔਰ ਆਪਣਾ ਫੋਕਸ ਔਰ ਆਪਣਾ ਧਿਆਨ ਪਰਮੇਸ਼ਵਰ ਦੇ ਵਚਨ ਦੇ ਵਿੱਚ ਰੱਖੋ। ਹਾਲੇਲੂਇਆ, ਹਾਲੇਲੂਇਆ। ਔਰ ਇੱਥੇ ਲਿਖਿਆ ਆ ਕਿ ਉਹਦੇ ਹੁਕਮਾਂ ਦੇ ਵਿੱਚ ਮਗਨ ਰਹਿਣਾ। ਔਰ ਮਗਨ ਰਹਿਣ ਦਾ ਅਰਥ ਇਹੀ ਆ ਕਿ ਉਹ ਪਰਮੇਸ਼ਵਰ ਦੇ ਵਚਨ ਦੀ ਉਹਨੂੰ ਖੁਮਾਰੀ ਚੜੀ ਰਹਿੰਦੀ ਆ ਕਿ ਅੱਜ ਪਵਿੱਤਰ ਆਤਮਾ ਮੇਰੇ ਨਾਲ ਕੀ ਗੱਲ ਕਰਨ ਜਾ ਰਿਹਾ, ਅੱਜ ਖੁਦਾ ਦਾ ਆਤਮਾ ਮੇਰੇ ਨਾਲ ਕੀ ਗੱਲ ਕਰਨ ਜਾ ਰਿਹਾ, ਤਾਂ ਕਿਹੜੀ ਬਲੈਸਿੰਗ ਮੈਨੂੰ ਦੇਣ ਜਾ ਰਿਹਾ, ਜਾਂ ਕਿਹੜੀ ਯੋਜਨਾ ਪਰਮੇਸ਼ਵਰ ਮੇਰੇ ਲਈ ਬਣਾ ਰਿਹਾ ਆ, ਜਾਂ ਕਿਹੜੇ ਪਲਾਨਸ ਪਰਮੇਸ਼ਵਰ ਨੇ ਮੇਰੇ ਲਈ ਰੱਖੇ ਹੋਆ। ਔਰ ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣਨ ਦੇ ਲਈ ਤਿਆਰ ਹੁੰਦੇ ਹੋ, ਤੇ ਅੱਜ ਤੁਸੀਂ ਆਪਣੀ ਜਗ੍ਹਾਵਾਂ 'ਤੇ ਤਿਆਰ ਹੋ, ਤਾਂ ਇੱਕ ਆਪਣੇ ਅੰਦਰ ਜੋਸ਼ ਭਰੋ, ਆਪਣੇ ਅੰਦਰ ਇੱਕ ਸਮਰਥ ਭਰੋ ਕਿ ਅੱਜ ਮੈਂ ਖਾਲੀ ਨਹੀਂ ਰਹਿਣ ਵਾਲੀ, ਅੱਜ ਮੈਂ ਨਿਰਾਸ਼ ਨਹੀਂ ਰਹਿਣ ਵਾਲਾ, ਅੱਜ ਮੈਂ ਆਨੰਦ ਦੇ ਨਾਲ ਭਰਨ ਜਾ ਰਿਹਾ, ਅੱਜ ਮੈਂ ਸ਼ਿਫਾ ਦੇ ਨਾਲ ਭਰਨ ਜਾ ਰਹੀ ਹਾਂ, ਅੱਜ ਮੈਂ ਛੁਟਕਾਰੇ ਦੇ ਨਾਲ ਭਰਨ ਜਾ ਰਹੀ ਹਾਂ, ਅੱਜ ਮੈਨੂੰ ਆਜ਼ਾਦੀ ਮਿਲਣ ਜਾ ਰਹੀ ਆ, ਅੱਜ ਪਵਿੱਤਰ ਆਤਮਾ ਮੈਨੂੰ ਗਿਆਨ ਦੇਣ ਜਾ ਰਿਹਾ ਆ, ਅੱਜ ਪਵਿੱਤਰ ਆਤਮਾ ਮੈਨੂੰ ਬਲੈਸਿੰਗ ਦੇਣੇ ਜਾ ਰਿਹਾ, ਅੱਜ ਮੇਰੇ ਨਾਲ ਗੱਲ ਕਰਨ ਜਾ ਰਿਹਾ, ਅੱਜ ਮੇਰੇ ਉਹ ਅੱਗੇ ਚੱਲਣ ਜਾ ਰਿਹਾ, ਅੱਜ ਮੈਨੂੰ ਪਰਮੇਸ਼ਵਰ ਛੋਟਾ ਨਹੀਂ ਬਲਕਿ ਇੱਕ ਬੜਾ ਮਨਸੂਬਾ ਦੇਣ ਜਾ ਰਿਹਾ ਆ, ਇੱਕ ਬੜਾ ਮੈਨੂੰ ਦਰਸ਼ਨ ਦੇਣ ਜਾ ਰਿਹਾ ਆ, ਇੱਕ ਬੜਾ ਵਿਜ਼ਨ ਮੇਰੇ ਸਾਹਮਣੇ ਪਰਮੇਸ਼ਵਰ ਨੇ ਰੱਖਿਆ ਹੋਇਆ ਆ, ਤੇ ਇੱਕ ਵੱਡੇ ਦਰਸ਼ਨ ਦੇ ਦੁਆਰਾ ਅੱਜ ਮੈਂ ਪਰਮੇਸ਼ਵਰ ਦੀ ਸਾਮਰਥ ਦੇ ਦੁਆਰਾ ਬਲੈਸ ਹੋਣ ਜਾ ਰਹੀ ਹਾਂ। ਇਹ ਮਨਸੂਬੇ ਆਪਣੇ ਜਿਹੜੇ ਆ ਆਪਣੇ ਮਨਾਂ ਦੇ ਵਿੱਚ ਵਿਚਾਰ ਕਰੋ, ਬਣਾਓ ਮਨਸੂਬਿਆਂ ਨੂੰ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਚਾਹੁੰਦਾ ਹੈ ਕਿ ਤੁਸੀਂ ਮਨਸੂਬਿਆਂ ਨੂੰ ਬਣਾਓ ਤੇ ਮੈਂ ਉਹਨੂੰ ਪੂਰਾ ਕਰਨ ਜਾ ਰਿਹਾ ਹਾਂ। ਹਾਲੇਲੂਇਆ। ਕਿਉਂਕਿ ਪਵਿੱਤਰ ਆਤਮਾ ਜੇ ਮਨਸੂਬਿਆਂ ਬਣਾਉਣ ਨੂੰ ਕਹਿੰਦਾ ਆ ਤਾਂ ਪਰਮੇਸ਼ਵਰ ਦਾ ਆਤਮਾ ਉਹਨੂੰ ਪੂਰਾ ਵੀ ਕਰਦਾ ਆ। ਆਮੇਨ, ਹਾਲੇਲੂਇਆ। ਇਸ ਕਰਕੇ ਤੁਸੀਂ ਆਪਣੀਆਂ ਜਗ੍ਹਾਵਾਂ ਤੇ ਆਪਣੇ ਮਨ ਦੇ ਵਿੱਚ ਸੱਚੇ ਵਾਹਿਦ ਪਰਮੇਸ਼ਵਰ ਦੇ ਅੱਗੇ ਯੋਜਨਾਵਾਂ ਅਤੇ ਪਲਾਨ ਬਣਾਓ। ਇੱਥੇ ਲਿਖਿਆ ਆ ਧੰਨ ਉਹ ਇਨਸਾਨ ਜਿਹੜਾ ਪਰਮੇਸ਼ਵਰ ਦਾ ਭੈ ਮੰਨਦਾ ਆ। ਇੱਥੇ ਇੱਕ ਡਰ ਦੀ ਜਦੋਂ ਗੱਲ ਕੀਤੀ ਗਈ ਆ, ਡਰ ਜਿਹੜਾ ਆ ਸਾਡੀ ਲਾਈਫ 'ਚ ਨਹੀਂ ਹੋਣਾ ਚਾਹੀਦਾ। ਬਾਈਬਲ 'ਚ ਲਿਖਿਆ ਦਾਊਦ ਜਿੱਥੇ ਵੀ ਸੈਨਾ ਲੈ ਕੇ ਜਾਂਦਾ ਸੀਗਾ, ਦੁਸ਼ਮਣ ਦੀ ਸੈਨਾ ਭਾਵੇਂ ਉਹ ਬੜੀ ਜ਼ੋਰਾਵਰ ਹੁੰਦੀ ਸੀਗੀ, ਬੜਾ ਹੀ ਹਥਿਆਰਾਂ ਦੇ ਨਾਲ ਦੁੱਗਣੀ ਹੁੰਦੀ ਸੀਗੀ ਔਰ ਸੈਨਿਕਾਂ ਦੇ ਨਾਲ ਦੁੱਗਣੀ ਹੁੰਦੀ ਸੀਗੀ, ਦਾਊਦ ਦੇ ਸਾਹਮਣੇ ਜਿਹੜੀ ਸੈਨਾ ਹੁੰਦੀ ਸੀਗੀ ਉਹ ਭਾਵੇਂ ਦੁੱਗਣੀ ਸ਼ਕਤੀਸ਼ਾਲੀ ਹੁੰਦੀ ਸੀਗੀ, ਦੁੱਗਣੀ ਪਾਵਰ ਲੈ ਕੇ ਆਂਦੀ ਸੀ, ਦੁੱਗਣੇ ਹਥਿਆਰ ਲੈ ਕੇ ਆਂਦੀ ਸੀਗੀ, ਪਰ ਦਾਊਦ ਜਿਹੜਾ ਸੀਗਾ ਸੈਨਾ ਤੋਂ ਨਹੀਂ ਡਰਦਾ ਸੀ, ਉਹਨਾਂ ਦੇ ਤਿੱਖੇ ਤੇਜ਼ਧਾਰ ਹਥਿਆਰਾਂ ਤੋਂ ਨਹੀਂ ਡਰਦਾ ਸੀਗਾ।
ਔਰ ਬਾਈਬਲ ਦੇ ਵਿੱਚ ਜਦੋਂ ਇਤਿਹਾਸਾਂ ਦੀਆਂ ਕਿਤਾਬਾਂ ਅਸੀਂ ਪੜ੍ਹਦੇ ਹਾਂ ਉੱਥੇ ਸਪਸ਼ਟ ਲਿਖਿਆ ਦਾਊਦ ਨੂੰ ਜਿਹੜਾ ਡਰ ਹੁੰਦਾ ਸੀਗਾ ਉਹ ਕੇਵਲ ਪਰਮੇਸ਼ਵਰ ਦਾ ਹੁੰਦਾ ਸੀਗਾ। ਹਾਲੇਲੂਇਆ। ਦਾਊਦ ਹਮੇਸ਼ਾ ਪਰਮੇਸ਼ਵਰ ਦੇ ਕੋਲੋਂ ਡਰਦਾ ਸੀਗਾ। ਇਸੇ ਵਜ੍ਹਾ ਦੇ ਨਾਲ ਪਰਮੇਸ਼ਵਰ ਦਾਊਦ ਦੀ ਜਗ੍ਹਾ ਹੋ ਕੇ ਲੜਦਾ ਸੀਗਾ। ਹਾਲੇਲੂਇਆ। ਦਾਊਦ ਦੀ ਜਗ੍ਹਾ ਪਰਮੇਸ਼ਵਰ ਇਸ ਕਰਕੇ ਲੜਦਾ ਸੀਗਾ ਕਿਉਂਕਿ ਦਾਊਦ ਪਰਮੇਸ਼ਵਰ ਤੋਂ ਡਰਦਾ ਸੀਗਾ, ਪਰਮੇਸ਼ਵਰ ਦਾ ਭੈ ਮੰਨਣ ਵਾਲਾ ਬੰਦਾ ਸੀਗਾ। ਹਾਲੇਲੂਇਆ। ਉਹਦੇ ਹੁਕਮਾਂ ਨੂੰ ਪੂਰਾ ਕਰਨ ਵਾਲਾ ਇਨਸਾਨ ਸੀਗਾ। ਅੱਜ ਦਾਊਦ ਨੂੰ ਕੱਟ ਕੇ ਉੱਥੇ ਆਪਣੇ ਆਪ ਨੂੰ ਖੜਾ ਕਰੋ ਕਿ ਉਹ ਦਾਊਦ ਦੀ ਜਗ੍ਹਾ ਅੱਜ ਪਰਮੇਸ਼ਵਰ ਮੈਨੂੰ ਖੜਾ ਕਰ ਰਿਹਾ ਆ ਤੇ ਮੈਂ ਪਰਮੇਸ਼ਵਰ ਦੇ ਮਨਸੂਬਿਆਂ ਨੂੰ ਪੂਰਾ ਕਰਾਂਗਾ ਤੇ ਮੈਂ ਪਰਮੇਸ਼ਵਰ ਦੇ ਵਚਨਾਂ ਤੋਂ ਡਰਦਾ ਕੰਬਦਾ ਹੋਇਆ ਪਾਪ ਰਹਿਤ ਆਪਣਾ ਜੀਵਨ ਬਿਤਾਵਾਂਗਾ। ਹਾਲੇਲੂਇਆ। ਅੱਜ ਡਰ ਬਹੁਤ ਪ੍ਰਕਾਰ ਦਾ ਆ। ਕਈ ਲੋਕ ਡਰਦੇ ਆ ਹਨੇਰੇ ਤੋਂ, ਕਈ ਲੋਕ ਡਰਦੇ ਆ ਪਾਪ ਤੋਂ, ਕਈ ਲੋਕ ਡਰਦੇ ਆ ਗਰੀਬੀ ਤੋਂ, ਕਈ ਲੋਕ ਡਰਦੇ ਆ ਹਨੇਰੇ ਤੋਂ, ਕਈ ਲੋਕ ਡਰਦੇ ਆ ਆਪਣੀ ਨੌਕਰੀ ਤੋਂ, ਕਈ ਲੋਕ ਡਰਦੇ ਆ ਇਹੋ ਜਿਹੇ ਸਥਾਨਾਂ ਤੋਂ ਜਾਣ ਤੋਂ ਜਿੱਥੇ ਕਿ ਮਰਿਓ ਇਨਸਾਨ ਹੁੰਦੇ ਆ, ਉੱਥੇ ਇਨਸਾਨ ਡਰਦਾ ਆ। ਉਚਾਈ ਤੋਂ ਡਰਦੇ ਆ, ਡੂੰਘਾਈ ਤੋਂ ਡਰਦੇ ਆ, ਇੱਥੋਂ ਤੱਕ ਕਿ ਜਲ ਤੋਂ ਡਰਦੇ ਆ, ਅੱਗ ਤੋਂ ਡਰਦੇ ਆ, ਪਾਣੀ ਤੋਂ ਡਰਦੇ ਆ, ਸਨੇਕ ਤੋਂ, ਸੱਪਾਂ ਤੋਂ ਡਰਦੇ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਡਰਾਉਣ ਵਾਲੀਆਂ ਚੀਜ਼ਾਂ ਆ ਧਰਤੀ ਦੇ ਉੱਤੇ ਜਿਨ੍ਹਾਂ ਦੇ ਕੋਲੋਂ ਇਨਸਾਨ ਜਿਹੜਾ ਆ ਆਪਣਾ ਜੀਵਨ ਜਿਹੜਾ ਡਰ ਦੇ ਵਿੱਚ ਰੱਖਦਾ ਆ। ਹਾਲੇਲੂਇਆ। ਪਰ ਪਵਿੱਤਰ ਬਾਈਬਲ ਸਾਨੂੰ ਕੀ ਇਸ਼ਾਰਾ ਕਰਦੀ ਹੈ ਤੇ ਕੀ ਦੱਸਦੀ ਆ ਕਿ ਸਾਡੀ ਲਾਈਫ ਦੇ ਵਿੱਚ ਕਿਸ ਦਾ ਡਰ ਹੋਣਾ ਚਾਹੀਦਾ ਤੇ ਕਿੰਨਾ ਡਰ ਹੋਣਾ ਚਾਹੀਦਾ ਤੇ ਕਿੰਨਾ ਚੀਜ਼ਾਂ ਦਾ ਡਰ ਹੋਣਾ ਚਾਹੀਦਾ ਤੇ ਕਦੋਂ ਤੱਕ ਡਰ ਹੋਣਾ ਚਾਹੀਦਾ ਆ। ਹਾਲੇਲੂਇਆ। ਮੇਰੇ ਭਾਈ ਮੇਰੀ ਭੈਣ, ਅੱਜ ਪਵਿੱਤਰ ਆਤਮਾ ਤੈਨੂੰ ਇੱਕ ਬਹੁਤ ਬੁੱਧੀਮਾਨ ਔਰ ਸਮਝਦਾਰ ਇਨਸਾਨ ਬਣਾ ਰਿਹਾ ਆ, ਬਣਾ ਰਹੀ ਆ ਔਰ ਖੁਦਾਵੰਦ ਖੁਦਾ ਤੈਨੂੰ ਪਿਆਰ ਕਰਦਾ ਆ, ਤੈਨੂੰ ਮੁਹੱਬਤ ਕਰਦਾ ਆ ਕਿਉਂਕਿ ਪਰਮੇਸ਼ਵਰ ਤੈਨੂੰ ਇੱਥੇ ਹੀ ਨਹੀਂ ਰੱਖਣਾ ਚਾਹੁੰਦਾ ਕਿ ਤੂੰ ਉੱਥੇ ਕੇ ਫਸੀ ਰਵੇਂ, ਉੱਥੇ ਕੇ ਅਟਕੀ ਰਵੇਂ, ਤੇਰਾ ਜੀਵਨ ਉੱਥੇ ਕੇ ਰਵੇ। ਤੂੰ ਉੱਥੇ ਕੇ ਜਿੰਨਾ ਕੁ ਖਾਣਾ, ਜਿੰਨਾ ਕੁ ਪੀਣਾ, ਕਿ ਜਿੰਨਾ ਕੁ ਕਮਾਣਾ ਜਾਂ ਜਿੰਨਾ ਕੁ ਇਕੱਠਾ ਕਰਦਾ, ਜਿੰਨਾ ਕੁ ਬਣਾਉਣਾ ਉਨਾ ਕੁ ਨਾਸ਼ ਹੋ ਜਾਂਦਾ ਆ ਤੇ ਤੂੰ ਉਸੇ ਗੇੜ ਦੇ ਵਿੱਚ ਘੁੰਮਦਾ ਰਵੇਂ। ਨਹੀਂ, ਇਜ਼ਰਾਈਲੀਆਂ ਨੇ ਇਹੀ ਗਲਤੀ ਕੀਤੀ ਸੀ ਕਿਉਂਕਿ ਉਹ ਉਸੇ ਬਿਆਬਾਨ ਦੇ ਵਿੱਚ ਇਸ ਕਰਕੇ 40 ਸਾਲ ਭਟਕਦੇ ਰਹੇ ਕਿਉਂਕਿ ਉਹ ਪਰਮੇਸ਼ਵਰ ਤੋਂ ਡਰਦੇ ਤਾਂ ਸੀਗੇ ਪਰ ਥੋੜੇ ਟਾਈਮ ਲਈ ਡਰਦੇ ਸੀਗੇ। ਜਦੋਂ ਪਰਮੇਸ਼ਵਰ ਦਾ ਚਮਤਕਾਰ ਦੇਖਦੇ ਸੀਗੇ ਤਾਂ ਬਾਬੇ ਪਰਮੇਸ਼ਵਰ ਦਾ ਧੰਨਵਾਦ, ਉਹ ਸਾਡਾ ਯਹੋਵਾ ਆ, ਉਹ ਸਾਡਾ ਮੰਨਣ ਵਾਲਾ ਆ। ਤੇ ਜਦੋਂ ਫਿਰ ਪ੍ਰੀਖਿਆ ਆ ਜਾਂਦੀ ਸੀ, ਫਿਰ ਭੁੱਖਮਰੀ ਆ ਜਾਂਦੀ ਸੀ ਜਾਂ ਫਿਰ ਕਮੀ ਆ ਜਾਂਦੀ ਸੀ, ਫਿਰ ਪਿਆਸ ਲੱਗਦੀ ਸੀ, ਉਦੋਂ ਫਿਰ ਉਹ ਨਿਰਾਸ਼ ਹੋ ਜਾਂਦੇ ਸੀਗੇ। ਇਸੇ ਕਾਰਨ ਉਹਨਾਂ ਦੀ ਜਿਹੜੀ ਜ਼ਿੰਦਗੀ ਸੀਗੀ ਉਹ ਉੱਥੇ ਹੀ ਘੁੰਮਦੀ ਰਹੀ। ਉਹ ਜੰਗਲ ਜਿਹੜਾ ਸੀਗਾ ਇੰਨਾ ਵੱਡਾ ਜੰਗਲ ਨਹੀਂ ਸੀ ਜਿਸ ਜੰਗਲ ਦੇ ਵਿੱਚੋਂ ਪਰਮੇਸ਼ਵਰ ਉਹਨਾਂ ਨੂੰ ਕੱਢ ਕੇ ਕਨਾਨ ਦੇਸ਼ ਦੇ ਵਿੱਚ ਲੈ ਕੇ ਜਾ ਰਿਹਾ ਸੀਗਾ। ਹਾਲੇਲੂਇਆ। ਜਿਸ ਰਸਤੇ ਤੇ ਉਹ ਜਾ ਰਹੇ ਸੀਗੇ ਉਹ ਰਸਤਾ ਬਾਈਬਲ ਦੇ ਵਿੱਚ ਕਲੀਅਰ ਲਿਖਿਆ ਆ ਕਿ ਉਹ 40 ਦਿਨ ਦਾ ਹੀ ਸੀਗਾ, 40 ਦਿਨ ਰਾਤ ਦਾ ਹੀ ਰਸਤਾ ਸੀਗਾ ਤੇ 40 ਦਿਨਾਂ ਬਾਅਦ ਉਹਨਾਂ ਦੀ ਮੰਜ਼ਿਲ ਉਹਨਾਂ ਨੂੰ ਮਿਲ ਜਾਣੀ ਸੀਗੀ। ਪਰ ਉਹਨਾਂ ਦੀ ਮੰਜ਼ਿਲ ਜਿਹੜੀ ਸੀ ਉਹਨਾਂ ਤੋਂ ਦੂਰ ਕਿਉਂ ਜਾ ਰਹੀ ਸੀਗੀ? ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਸੀਗਾ, ਖੁਦਾ ਦੇ ਵਚਨ 'ਚ ਲਿਖਿਆ ਸੀਗਾ ਕਿ ਇਜ਼ਰਾਈਲੀ ਜਿਹੜੇ ਸੀਗੇ ਉਹ ਪਰਮੇਸ਼ਵਰ ਦਾ ਡਰ ਮੰਨਣਾ ਛੱਡ ਦਿੰਦੇ ਸੀ, ਭੁੱਲ ਜਾਂਦੇ ਸੀਗੇ, ਚਮਤਕਾਰਾਂ ਨੂੰ ਭੁੱਲ ਜਾਂਦੇ ਸੀ, ਆਪਣੀ ਚੰਗਿਆਈ ਨੂੰ ਭੁੱਲ ਜਾਂਦੇ ਸੀ, ਆਪਣੀ ਬਰਕਤ ਨੂੰ ਭੁੱਲ ਜਾਂਦੇ ਸੀਗੇ। ਇਸ ਕਾਰਨ ਉਹਨਾਂ ਦਾ ਜਿਹੜਾ ਰਸਤਾ ਸੀ ਉਹ ਲੌਂਗ ਹੋ ਗਿਆ, ਉਹਨਾਂ ਦਾ ਵੇ ਲੌਂਗ ਹੋ ਗਿਆ, ਉਹ ਬਿਆਬਾਨ ਲੌਂਗ ਹੋ ਗਿਆ। ਤੇ ਮੈਂ ਨਹੀਂ ਚਾਹੁੰਦਾ ਤੁਹਾਡਾ ਦੁੱਖ ਦਾ ਸਮਾਂ ਲੌਂਗ ਹੋਵੇ, ਤੁਹਾਡਾ ਕਸ਼ਟ ਦਾ ਸਮਾਂ ਲੌਂਗ ਹੋਵੇ, ਤੁਹਾਡੀ ਬਰਕਤ ਦਾ ਸਮਾਂ ਲੌਂਗ ਹੋਵੇ। ਅੱਜ ਉਹਨੂੰ ਮਿਟਾਉਣ ਦਾ ਸਮਾਂ ਆ। ਧਿਆਨ ਨਾਲ ਸੁਣ ਰਹੇ ਹੋ ਤਾਂ ਅੱਜ ਰਿਸੀਵ ਕਰੋ ਯਿਸੂ ਮਸੀਹ ਦੇ ਨਾਮ ਦੇ ਵਿੱਚ। ਤੁਹਾਡਾ ਜਿਹੜਾ ਸਮਾਂ ਆ ਉਹ ਦੁੱਖ ਦਾ ਬੀਤ ਜਾਏਗਾ ਤੇ ਪਰਮੇਸ਼ਵਰ ਦੀ ਬਲੇਸਿੰਗ ਦਾ ਸਮਾਂ ਤੁਹਾਡੇ ਲਈ ਸ਼ੁਰੂ ਹੋਣ ਜਾ ਰਿਹਾ ਆ। ਹਾਲੇਲੂਇਆ। ਪਰਮੇਸ਼ਵਰ ਦੀ ਕਿਰਪਾ ਦਾ ਸਮਾਂ ਤੁਹਾਡੇ ਉੱਤੇ ਆਉਣ ਜਾ ਰਿਹਾ, ਪ੍ਰਭੂ ਦੀ ਦਇਆ ਦਾ ਸਮਾਂ ਤੁਹਾਡੇ ਉੱਤੇ ਆਉਣ ਜਾ ਰਿਹਾ ਆ। ਕਿਉਂਕਿ ਇੱਥੇ ਵਚਨ ਦੇ ਵਿੱਚੋਂ ਅਸੀਂ ਸਪਸ਼ਟ ਦੇਖਦੇ ਹਾਂ ਕਿ ਇਜ਼ਰਾਈਲੀ ਜਿਹੜੇ ਸੀਗੇ ਉਹ ਡਰ ਨਹੀਂ ਮੰਨਦੇ ਸੀ। ਇਸ ਕਰਕੇ ਉਹਨਾਂ ਦੀ ਜਿਹੜੀ ਮੰਜ਼ਿਲ ਸੀਗੀ ਉਹ ਉਹਨਾਂ ਤੋਂ ਦੂਰ ਜਾ ਰਹੀ ਸੀਗੀ। ਹਾਲੇਲੂਇਆ। ਤੇ ਅੱਜ ਮੈਂ ਚਾਹਨਾ ਤੁਹਾਡੀ ਮੰਜ਼ਿਲ ਤੁਹਾਡੇ ਤੋਂ ਨੇੜੇ ਆਏ, ਤੁਹਾਡੀ ਜਿਹੜੀ ਬਰਕਤ ਹੈ ਤੁਹਾਡੇ ਨੇੜੇ ਆਏ। ਹਾਲੇਲੂਇਆ। ਪ੍ਰਭੂ ਦੀ ਦਇਆ ਨੂੰ ਤੁਸੀਂ ਦੇਖ ਸਕੋ ਔਰ ਪ੍ਰਭੂ ਦਾ ਡਰ ਤੁਹਾਡੀ ਲਾਈਫ ਦੇ ਵਿੱਚ ਬਣਿਆ ਰਹੇ। ਦੁਸ਼ਮਣ ਨੂੰ ਦੇਖ ਕੇ ਡਰੋ ਨਾ,
शैतान नूं देख के डरो ना, दुष्ट आत्मावां नूं देख के डरो ना, भैड़े समय नूं देख के डरो ना। और सामने चाहे दुश्मन मारन दे लिए आ रहा फिर भी ना डरो ना घबराओ। चाहे विपता बध रही है तां भी ना डरो, उम्र बध रही है तां भी ना डरो, कष्ट बध रहा है, गरीबी बध रही है तां भी ना डरो। हर संकट का सामना करो, हर संकट डिसमिस हो जाएगा यीशु के नाम दे विच। हर संकट हट जाएगा यीशु के नाम दे विच। हर महामारी हट जाएगी यीशु के नाम दे विच। जदों तुसी संकट का सामना करना शुरू करोगे, संकट दे नूं ललकारोगे, पुकारोगे अते परमेश्वर का डर मन के परमेश्वर की सामर्थ नाल खड़े हो जाओगे, तो तुहाडे सामने जिहड़ा तुहाडा लौंग बे लग रहा, लौंग जिहड़ी तुहाडी बरकत लग रही है, बहुत दूर बरकत लग रही है और समा तुहानूं लग रहा बहुत लग रहा, तो उस समा जिहड़ा वो जल्दी खत्म हो जाएगा। हालेलुया। अज मैं चाहना कि तुसी खुदा दे डर दे विच आओ, प्रभु दे वचन दे अनुसार अपनी लाइफ दे विच डर नूं रखो। अगर तुसी प्रभु दे वचन तो डरदे हो, खुदा दे दास तो डरदे हो, परमेश्वर दे पवित्र वचन दे मुताबिक तुसी चल रहे हो अते अनगैली नहीं कर रहे हो अते तुसी कोई भी तुहाडी लाइफ दे विच कमी नहीं नज़र आ गई, आग्याकारी कर रहे हो और तुसी परमेश्वर दे वचन दे मुताबिक अपने जीवन नूं मचोड़ बना रहे हो और सोच विचार करके तुसी अगे कदम पट रहे हो, तो तुसी फेल नहीं होगे यीशु दे नाम दे विच, क्योंकि खुदावंद खुदा तुहानूं कामयाब करन जा रहा है। इस तो पहला कि जिहड़ा परमेश्वर का डर साडी लाइफ दे विच आए, उहदा वचनां दा डर। तुसी सोच रहे हो व्हाट इज मीनिंग फेयर, व्हाट इज मीनिंग फेयर, ये डर दा मतलब की आ, किहनूं डर कहंदे आ, इनू इस्तेमाल किया जाता है। खुदा ने तुहानूं अपने दास दिते हो आ, दासी दिती हो आ, अगर तुसी उन्हां दी आग्याकारी करदे हो तो परमेश्वर की आग्याकारी करदे हो, अगर तुसी उन्हां दे खिलाफ बोलदे हो तो परमेश्वर के खिलाफ बोलदे हो। अदर बाइबल दे विच स्पष्ट लिखिया आ कि जदों तुसी अपना जिहड़ा अपनी जिंदगी दे विच डर नूं कायम रखदे हो, परमेश्वर दे वचन नूं तोड़दे नहीं हैगे, परमेश्वर दे हुक्मां नूं तोड़दे नहीं हैगे, कि परमेश्वर का हुक्म आ कि मैं पाप नहीं करना, मैं शराब नहीं पीनी हैगी, मैं नशा नहीं करना हैगा, मैं बुरे काम नहीं करने, मैं बुरा देखना नहीं, बुरा खाना नहीं, बुरा पीना नहीं, बुरी जगह ते जाना नहीं, बुरा सोचना नहीं अते मैं बुरी संगत च ठहरना नहीं, मैं बुरे काम नहीं करने और बुरी योजना नहीं बनानी हैगी, तो उदों तुसी परमेश्वर दे डर दे विच आउंदे हो। हालेलुया, हालेलुया। क्योंकि परमेश्वर जिहड़ा आ हिसाब किताब रखने दे विच बड़ा माहिर आ। हालेलुया। प्रभु जिहड़ा आ साडी जिंदगी का लेखा जोखा करन दे विच बहुत माहिर आ। ਉਹਦਾ मैथोमैटिक जिहड़ा आ बहुत तेज आ ते ਉਹ बड़ी तेजी दे नाल की करदा आ, साडी जिंदगी का न्याय कर लैंदा आ और साडी जिहड़ी सानू बरकत दूर नज़र आ रही है, वो क्यों दूर है, परमेश्वर जल्दी ਉਹਦੇ ਲਈ तैयारी कर लैंदा, परमेश्वर सोच लैंदा आ। हालेलुया। इस करके पल पल कदम कदम ते अपने आप नूं तैयार करो, अपने आप नूं निखारो, अपने आप नूं सवारो, अपने आप नूं आत्मिक बनाओ, अपने आप नूं शरीर दीआं अभिलाषा तो बाहर कड्डो, अपने आप नूं शरीर दे विषयां तो बाहर कड्डो, अपने आप नूं संसार दे विषयां तो बाहर कड्डो अते पवित्र आत्मा दे उत्ते भरोसा रख के पवित्र आत्मा दी सामर्थ दे जरिए चल के आपां परमेश्वर दे डर दे विच खड़े रहना आ, कायम रहना आ ते जित तो तुहानूं फिर कोई रोक नहीं सकता हैगा। चाहे जित तुसी अपनी फाइनैंशियली प्रॉब्लम तो हो, चाहे तुसी मैडिकल प्रॉब्लम तो हो, चाहे स्पिरिचुअली प्रॉब्लम तो हो, चाहे तुसी किसी भी ਇਹੋ ਜਿਹੀ स्थिति ਦੇ ਵਿੱਚ ਹੋ ਜਿਹਦਾ ਕੋਈ हल नहीं हो रहा, तो मैं चाहना हाँ मेरी भैन मेरी बेटी अज मेरे भरा तू तैयार हो, क्योंकि परमेश्वर अज दे कलाम के द्वारा तेनू बरकत देन जा रहा है, तेनू सक्सेस करन जा रहा, तेरे मनसूबियां नू पूरा करन जा रहा है। जो तू सोच तू विचार कर रही हाँ, परमेश्वर तेरे विचारां नू पढ़ रहा, सोच रहा, जांच रहा, पर परमेश्वर का डर मनना शुरू कर दे तो खुदा तेरी लाइफ दे विच वड्डे काम करने शुरू कर देगा। हालेलुया, हालेलुया। साडी सपोर्ट दे पिछे, साडे पिछे खुदा दे दूत खड़े आ, तुहाडे अगे पिछे परमेश्वर दे दूत खड़े आ, तुहानू संभालण वाले परमेश्वर दे दूत खड़े आ, परमेश्वर नाल आ तुहाडे,
ਉਹਨੂੰ ਮਹਿਸੂਸ ਕਰੋ, ਉਹਨੂੰ ਦੇਖੋ, ਉਹਨੂੰ ਅਨੁਭਵ ਕਰੋ ਤੇ ਇੱਕ ਵਾਰ ਆਤਮਾ ਦੇ ਜ਼ਰੀਏ ਉਹਨੂੰ ਪਾਉਣ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਆਪਣੇ ਆਪ ਪਰਮੇਸ਼ਵਰ ਦੀ ਸਾਮਰਥ ਨਜ਼ਰ ਆਏਗੀ, ਪਰਮੇਸ਼ਵਰ ਦਾ ਅਭਿਸ਼ੇਕ ਨਜ਼ਰ ਆਏਗਾ। ਤੁਸੀਂ ਕਹੋਗੇ ਪਰਮੇਸ਼ਵਰ ਦੇ ਦੂਤ ਮੇਰੇ ਨਾਲ ਆ। ਨਾਟ ਕੇਵਲ ਉਹ ਸੁੱਖਾਂ ਦੇ ਵਿੱਚ, ਦੁੱਖਾਂ, ਕਸ਼ਟਾਂ, ਮੁਸੀਬਤਾਂ ਦੇ ਵਿੱਚ ਵੀ ਪਰਮੇਸ਼ਵਰ ਦੇ ਦੂਤ ਸਾਡੇ ਨਾਲ ਰਹਿੰਦੇ ਆ, ਪ੍ਰਭੂ ਦੇ ਵਚਨ ਦੇ ਅਨੁਸਾਰ ਜਦੋਂ ਅਸੀਂ ਇਹਦੇ ਵਿੱਚ ਮਗਨ ਰਹਿੰਦੇ ਆ। ਅਤੇ ਇਹਦੀ ਜਦੋਂ ਅਸੀਂ ਦੂਸਰੀ ਆਇਤ ਪੜ੍ਹਦੇ ਆ, ਬੜੀ ਖਾਸ ਆਇਤ ਆ 112 ਦੀ, ਸੈਮ ਜਦੋਂ ਅਸੀਂ ਪੜ੍ਹਦੇ ਆ 112 ਔਰ ਉਹਦੀ ਸੈਕੰਡ ਆਇਤ ਜਿਹੜੀ ਅਸੀਂ ਪੜ੍ਹਦੇ ਆ, ਹਾਲੇਲੂਇਆ 112 ਅਤੇ ਉਹਦਾ ਅਸੀਂ 2 ਵਰਡਸ ਜਦੋਂ ਪੜ੍ਹਦੇ ਆ ਤੇ ਉੱਤੇ ਲਿਖਿਆ ਆ, ਉਹ ਤੇਰੀ ਅੰਸ਼, ਉਹਦੀ ਅੰਸ਼ ਧਰਤੀ ਉੱਤੇ ਬਲਵਾਨ ਹੋਵੇਗੀ, ਸਚਿਆਰਾਂ ਦੀ ਪੀੜ੍ਹੀ ਮੁਬਾਰਕ ਹੋਵੇਗੀ। ਬਾਈਬਲ ਦੇ ਵਿੱਚ ਲਿਖਿਆ ਤੇਰੇ ਜਿਹੜੀ ਅੰਸ਼ ਆ, ਤੇਰੀ ਜਿਹੜੀ ਔਲਾਦ ਆ, ਤੇਰਾ ਜਿਹੜਾ ਪਰਿਵਾਰ ਆ ਉਹ ਬਲਵਾਨ ਹੋਵੇਗਾ। ਹਾਲੇਲੂਇਆ, ਉਹ ਕੀ ਹੋਵੇਗਾ? ਬਲਵਾਨ ਹੋਵੇਗਾ। ਉਹ ਧਰਤੀ ਦੇ ਉੱਤੇ ਉਹ ਪੀੜ੍ਹੀ ਮੁਬਾਰਕ ਹੋਵੇਗੀ। ਆਮੈਨ, ਹਾਲੇਲੂਇਆ। ਜਿਹੜੇ ਮਸੀਹ ਦੇ ਵਿੱਚ ਚੱਲ ਰਹੇ ਆ, ਅੱਜ ਜਿਹੜੇ ਖੁਦਾ ਦੇ ਉੱਤੇ ਨੇਚਾ ਰੱਖ ਰਹੇ ਆ, ਮਸੀਹੀ ਜ਼ਿੰਦਗੀ ਜੀ ਰਹੇ ਆ, ਉਹਨਾਂ ਦੇ ਵਾਸਤੇ ਇੱਕ ਦਿਨ ਉਹਨਾਂ ਦੇ ਘਰਾਣੇ ਦੇ ਵਿੱਚੋਂ ਕਿਸੇ ਨੇ ਵਚਨ ਦੇ ਉੱਤੇ ਵਿਸ਼ਵਾਸ ਕੀਤਾ ਸੀ ਤੇ ਉਹਨਾਂ ਦੇ ਵਿਸ਼ਵਾਸ ਦੇ ਜ਼ਰੀਏ ਉਹਨਾਂ ਨੇ ਸੋਚਿਆ ਸੀਗਾ ਕਿ ਜਿਹੜੀ ਸਾਡੀ ਅੰਸ਼ ਹੈ ਉਹ ਬਲਵਾਨ ਹੋਵੇਗੀ, ਉਹ ਮਸੀਹ ਦਾ ਪ੍ਰਚਾਰ ਕਰੇਗੀ ਤੇ ਮਸੀਹ ਦੇ ਪਿੱਛੇ ਚੱਲੇਗੀ। ਹਾਲੇਲੂਇਆ। ਸੇਮ ਇਸੇ ਤਰ੍ਹਾਂ ਸਾਡੇ ਘਰਾਣੇ ਦੇ ਵਿੱਚੋਂ ਵੀ ਕਿਸੇ ਨਾ ਕਿਸੇ ਨੇ ਮਸੀਹ ਦੇ ਉੱਤੇ ਵਿਸ਼ਵਾਸ ਕੀਤਾ ਹੋਵੇਗਾ। ਜਦੋਂ ਉਹਨਾਂ ਨੇ ਜ਼ਬੂਰ 112 ਦੀ 2 ਆਇਤ ਪੜ੍ਹੀ ਹੋਵੇਗੀ ਤਾਂ ਉਹਨਾਂ ਨੇ ਸੋਚਿਆ ਹੋਵੇਗਾ ਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਬਲਵਾਨ ਹੋਵੇਗੀ। ਪਰ ਆਪਣੇ ਉੱਤੇ ਵੀ ਨਿਗਾਹ ਮਾਰੋ, ਤੁਹਾਡੇ ਉੱਤੇ ਵੀ ਕਿਸੇ ਨੇ ਯੋਜਨਾ ਬਣਾਈ, ਪਲਾਨ ਕੀਤਾ, ਪ੍ਰਾਰਥਨਾ ਕੀਤੀ ਆ ਤੁਹਾਡੇ ਜੀਵਨ ਦੇ ਵਿੱਚ ਤੇ ਤੁਸੀਂ ਅੱਜ ਬਲਵਾਨ ਹੋ। ਆਮੇਨ, ਹਾਲੇਲੂਇਆ। ਜਦੋਂ ਲੋਕ ਸਾਨੂੰ ਮੁਬਾਰਕ ਕਹਿੰਦੇ ਆ, ਲੋਕ ਸਾਨੂੰ ਕਹਿੰਦੇ ਤੁਸੀਂ ਅੱਛੇ ਕਰ ਰਹੇ ਹੋ, ਤੁਸੀਂ ਬਹੁਤ ਅੱਛਾ ਹੋ ਜੋ ਤੁਸੀਂ ਚਰਚ ਜਾਂਦੇ ਹੋ, ਪ੍ਰਭੂ ਦੇ ਵਚਨ ਨੂੰ ਪੜ੍ਹਦੇ ਹੋ, ਕਿਉਂਕਿ ਤੁਹਾਡੀ ਪੀੜ੍ਹੀ ਬਲਵਾਨ ਆ। ਇਹ ਤੁਹਾਨੂੰ ਇੱਕ ਆਸ਼ੀਰਵਾਦ ਰੂਪ ਦੇ ਵਿੱਚ ਪ੍ਰਭੂ ਦੇ ਵਚਨ ਜੋ ਤੁਹਾਨੂੰ ਮਿਲਿਆ ਆ। ਹਾਲੇਲੂਇਆ। ਕੋਈ ਅਚਾਨਕ ਘਟਨਾ ਨਹੀਂ ਹੋ ਗਈ, ਪਰਮੇਸ਼ਵਰ ਨੇ ਤੁਹਾਨੂੰ ਆਸ਼ੀਰਵਾਦ ਦਿੱਤਾ ਆ। ਅਤੇ ਜਦੋਂ ਅਸੀਂ ਇਹਦੀ 3 ਆਇਤ ਪੜ੍ਹਦੇ ਹਾਂ, ਇੱਥੇ ਲਿਖਿਆ ਧਨ ਦੌਲਤ ਉਹਦੇ ਘਰ ਵਿੱਚ ਹੈ ਅਤੇ ਉਹਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ। ਹਾਲੇਲੂਇਆ। ਅੱਜ ਲੋਕ ਧਨ ਦੌਲਤ ਲਈ ਬੜੀ ਭੱਜ ਦੌੜ ਕਰ ਰਹੇ ਆ, ਬੜੀ ਮਿਹਨਤ ਕਰ ਰਹੇ ਆ, ਵਿਦੇਸ਼ ਜਾ ਰਹੇ ਆ, ਨੌਕਰੀਆਂ ਕਰ ਰਹੇ ਆ, ਬਿਜ਼ਨਸ ਕਰ ਰਹੇ ਆ, ਆਪਣੇ ਖਜ਼ਾਨਿਆਂ ਨੂੰ ਬੜਾ ਸਾਂਭ ਕੇ ਰੱਖ ਰਹੇ ਆ, ਬੜਾ ਉਹਦੇ ਉੱਤੇ ਮਿਹਨਤ ਕਰ ਰਹੇ ਆ। ਔਰ ਬਾਈਬਲ ਦੇ ਵਿੱਚ ਲਿਖਿਆ ਜੇ ਤੂੰ ਪ੍ਰਭੂ ਦੇ ਵਚਨ ਤੋਂ ਡਰਦਾ ਆ ਤਾਂ ਡਰ ਮੰਨੇਗਾ, ਧਨ ਦੌਲਤ ਤੇਰੇ ਘਰ ਦੇ ਵਿੱਚ ਹੋਵੇਗੀ। ਆਮੇਨ। ਔਰ ਮੈਂ ਬਹੁਤ ਸਾਰੇ ਇਹੋ ਜਿਹੇ ਅਮੀਰ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਕਰੋੜਾਂ ਰੁਪਏ ਆ, ਕਰੋੜਾਂ ਬੈਂਕ ਬੈਲੈਂਸ ਆ, ਔਰ ਬਟ ਉਹਨਾਂ ਨੂੰ ਫਿਰ ਵੀ ਉਹਨਾਂ ਦੀ ਜਿਹੜੀ ਸ਼ਾਂਤੀ ਆ ਉਹਨਾਂ ਦੇ ਕੋਲ ਨਹੀਂ ਹੈਗੀ, ਆਨੰਦ ਨਹੀਂ ਹੈਗਾ, ਪਿਆਰ ਨਹੀਂ ਹੈਗਾ ਉਹਨਾਂ ਦੇ ਵਿੱਚ। ਕਿਉਂਕਿ ਪ੍ਰਭੂ ਦਾ ਵਚਨ ਉਹਨਾਂ ਦੇ ਕੋਲ ਨਹੀਂ ਹੈਗਾ। ਆਮੇਨ। ਧਿਆਨ ਦੇ ਨਾਲ ਸੁਣਨਾ, ਧਨ ਦੌਲਤ ਤੇਰੇ ਘਰ ਦੇ ਵਿੱਚ ਹੋਵੇਗਾ ਤੇ ਤੇਰਾ ਜਿਹੜਾ ਧਰਮ ਆ, ਧਰਮ ਦਾ ਮਤਲਬ ਧਾਰਮਿਕਤਾ, ਤੇਰਾ ਸੱਚਾ ਜੀਵਨ ਜਿਹੜਾ ਪਵਿੱਤਰ ਜੀਵਨ ਆ ਉਹ ਹਮੇਸ਼ਾ ਬਣਿਆ ਰਹੇਗਾ। ਹਾਲੇਲੂਇਆ। ਤੇਰਾ ਸਾਫ ਸੁਥਰਾ ਜੀਵਨ ਜਿਹੜਾ, ਤੇਰਾ ਹੋਲੀ ਜੀਵਨ ਜਿਹੜਾ ਉਹ ਹਮੇਸ਼ਾ ਹੀ ਬਣਿਆ ਰਹੇਗਾ। ਪਰਮੇਸ਼ਵਰ ਤੁਹਾਨੂੰ ਅੱਜ ਕਹਿ ਰਿਹਾ ਕਿ ਤੇਰਾ ਜਿਹੜਾ ਸਾਫ ਸੁਥਰਾ ਜੀਵਨ ਆ, ਤੇਰੀ ਧਾਰਮਿਕਤਾ, ਤੇਰੀ ਪਵਿੱਤਰਤਾ ਆ, ਤੇਰੀ ਸਾਮਰਥ ਜਿਹੜੀ ਪ੍ਰਭੂ ਨੇ ਤੈਨੂੰ ਦਿੱਤੀ ਉਹ ਹਮੇਸ਼ਾ ਬਣੀ ਰਹੇਗੀ। ਅਤੇ 4 ਆਇਤ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਸਚਿਆਰਾਂ ਲਈ ਹਨੇਰੇ ਵਿੱਚੋਂ ਚਾਨਣ ਚੜ ਆਉਂਦਾ ਹੈ, ਉਹ ਦਿਆਲੂ ਤੇ ਕਿਰਪਾਲੂ ਧਰਮੀ ਹੈ। ਆਮੇਨ। ਜਿਹੜੇ ਸੱਚਾਈ ਉੱਤੇ ਖੜੇ ਆ, ਸੱਚਾਈ ਪ੍ਰਭੂ ਦਾ ਵਚਨ ਆ, ਜਿਹੜੇ ਅੱਜ ਪ੍ਰਭੂ ਦੇ ਵਚਨ ਤੇ ਖੜੇ ਆ, ਆਗਿਆਕਾਰੀ ਤੇ ਖੜੇ ਆ, ਨੇਚਾ ਤੇ ਖੜੇ ਆ, ਤੇ ਬਾਈਬਲ ਦੇ ਵਿੱਚ ਲਿਖਿਆ ਉਹਨਾਂ ਦੇ ਲਈ ਪਰਮੇਸ਼ਵਰ ਕੀ ਕਰਦਾ ਆ, ਉਹਨਾਂ ਦੇ ਵਾਸਤੇ ਵਚਨ 'ਚ ਲਿਖਿਆ ਸਚਿਆਰਾਂ ਦੇ ਲਈ ਹਨੇਰੇ ਵਿੱਚੋਂ ਚਾਨਣ ਚੜ ਆਉਂਦਾ ਆ। ਵਾਟ ਇਜ਼ ਮੀਨਿੰਗ ਡਾਰਕਨੈਸ? ਹਨੇਰੇ ਦਾ ਮਤਲਬ ਕੀ ਆ? ਹਨੇਰਾ ਪਾਪ ਨੂੰ ਵੀ ਦਰਸਾਉਂਦਾ, ਹਨੇਰਾ ਗਰੀਬੀ ਨੂੰ ਵੀ ਦਰਸਾਉਂਦਾ, ਹਨੇਰਾ ਬਿਮਾਰੀ ਨੂੰ ਵੀ ਦਰਸਾਉਂਦਾ, ਹਨੇਰਾ ਹਰ ਇੱਕ ਜਿਹੜੀ ਬਿਮਾਰੀ ਆ ਜਿਹੜੀ ਖਤਮ ਨਹੀਂ ਹੋ ਰਹੀ, ਜਿਹਦਾ ਇਲਾਜ ਕਰਵਾ ਰਹੇ ਹੋ ਠੀਕ ਨਹੀਂ ਹੋ ਰਹੀ, ਉਹਨੂੰ ਵੀ ਦਰਸਾਉਂਦਾ ਆ। ਕੋਈ ਪਾਪ ਨੂੰ ਛੱਡ ਨਹੀਂ ਰਿਹਾ ਉਹਨੂੰ ਵੀ ਦਰਸਾਉਂਦਾ, ਕੋਈ ਨਸ਼ੇ ਨੂੰ ਛੱਡ ਨਹੀਂ ਰਿਹਾ ਉਹਨੂੰ ਵੀ ਦਰਸਾਉਂਦਾ ਆ।
ਔਰ ਕਈ ਭੈਣ ਭਾਈ ਐਦਾਂ ਦੇ ਹਨੇਰੇ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਰਹੇ ਆ, ਨਿਰਾਸ਼ਾ ਦੇ ਵਿੱਚ ਗੁਜ਼ਾਰ ਰਹੇ ਆ, ਬੇਉਮੀਦੀ ਦੇ ਵਿੱਚ ਗੁਜ਼ਾਰ ਰਹੇ ਆ। ਅੱਜ ਪ੍ਰਭੂ ਦੇ ਵਚਨ 'ਚ ਲਿਖਿਆ, ਜਦੋਂ ਤੁਸੀਂ ਈਮਾਨ ਪੱਕਾ ਅਟਲ ਰੱਖਦੇ ਹੋ, ਅੱਗੇ ਮੈਂ ਪੜਾਵਾਂਗਾ ਕਿ ਅਟਲ 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 ਵਿਸ਼ਵਾਸ, ਨਾ ਖਤਮ ਹੋਣ ਵਾਲਾ, ਨਾ ਬੁੱਝਣ ਵਾਲਾ, ਨਾ ਥੱਕਣ ਵਾਲਾ, ਨਾ ਪਿੱਛੇ ਹਟਣ ਵਾਲਾ ਈਮਾਨ ਜਿਹੜਾ ਤੁਸੀਂ ਗੋਡ ਦੇ ਉੱਤੇ ਲਿਆਉਂਦੇ ਹੋ, ਤੇ ਉਸ ਸਮੇਂ ਪਰਮੇਸ਼ਵਰ ਉਸ ਵਚਨ ਨੂੰ ਪੂਰਾ ਕਰਦਾ, ਤੁਹਾਡੇ ਦੁੱਖਾਂ ਦੇ ਵਿੱਚ ਇੱਕ ਵੱਡੀ ਰੌਸ਼ਨੀ ਲੈ ਕੇ ਆਉਂਦਾ, ਤੁਹਾਡੇ ਹਨੇਰੇ ਭਰੇ ਜੀਵਨ ਦੇ ਵਿੱਚ ਇੱਕ ਵੱਡਾ ਪ੍ਰਕਾਸ਼ ਲੈ ਕੇ ਆਉਂਦਾ ਆ। ਹਾਲੇਲੂਇਆ। ਅੱਜ ਮੈਂ ਤੁਹਾਨੂੰ ਖਾਸ ਪ੍ਰਾਰਥਨਾ ਦੇ ਵਿੱਚ ਬਾਰ-ਬਾਰ ਕਹਿ ਰਿਹਾ, ਮੈਂ ਲੈ ਕੇ ਜਾਣ ਜਾ ਰਿਹਾ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਪ੍ਰੇਅਰ ਦੇ ਵਿੱਚ ਚੱਲੀਏ, ਪਰਮੇਸ਼ਵਰ ਦੇ ਪਵਿੱਤਰ ਵਚਨ ਦੇ ਵੱਲ ਧਿਆਨ ਕਰੋ। ਹਾਲੇਲੂਇਆ। ਸੱਚਿਆਰਾਂ ਦੇ ਲਈ, ਸੱਚਿਆਂ ਦੇ ਲਈ। ਔਰ ਬਾਈਬਲ ਦੇ ਵਿੱਚ ਲਿਖਿਆ, ਰਾਜਾ ਸੁਲੇਮਾਨ ਨੇ ਪਰਮੇਸ਼ਵਰ ਦੇ ਕੋਲੋਂ ਬੁੱਧੀ ਮੰਗੀ, ਗਿਆਨ ਮੰਗਿਆ। ਰਾਜਾ ਸੁਲੇਮਾਨ ਨੇ ਪਰਮੇਸ਼ਵਰ ਦੇ ਕੋਲੋਂ ਗਿਆਨ ਮੰਗਿਆ ਤਾਂ ਉਹਨੇ ਕਿਹਾ, ਮੇਰੇ ਪਿਤਾ ਦਾਊਦ ਉਹਦੀ ਜਿਹੜੀ ਪਬਲਿਕ ਆ, ਉਹਦੀ ਜਿਹੜੀ ਸੈਨਾ ਆ, ਉਹਦਾ ਜਿਹੜਾ ਰਾਜ ਪਾਟ ਹੈ ਉਹ ਵੱਡਾ ਆ, ਤਾਂ ਉਹਨੂੰ ਚਲਾਉਣ ਦੇ ਲਈ ਮੈਨੂੰ ਬੁੱਧੀ ਦੀ ਜ਼ਰੂਰਤ ਆ। ਹਾਲੇਲੂਇਆ। ਪਰਮੇਸ਼ਵਰ ਨੇ ਕਿਹਾ, ਤੂੰ ਕੀ ਮੰਗਦਾ ਆ? ਅੱਜ ਅਗਰ ਪਰਮੇਸ਼ਵਰ ਤੁਹਾਡੇ ਸਾਹਮਣੇ ਅੱਜ ਪੇਸ਼ ਹੁੰਦਾ ਆ, ਮੰਨ ਲਓ ਕਿ ਅੱਜ ਸੁਪਨੇ ਦੇ ਦੁਆਰਾ ਤੁਹਾਨੂੰ ਪਰਮੇਸ਼ਵਰ ਦਰਸ਼ਨ ਦਿੰਦਾ ਆ, ਪਰਮੇਸ਼ਵਰ ਦੇ ਸਵਰਗਦੂਤ ਤੁਹਾਨੂੰ ਆ ਕੇ ਪੁੱਛਦੇ ਆ, ਬੜੀ ਸੁਣਨ ਵਾਲੀ ਗੱਲ ਆ, ਬੜੇ ਧਿਆਨ ਨਾਲ ਸੁਣਨਾ। ਅਗਰ ਅੱਜ ਪਵਿੱਤਰ ਆਤਮਾ ਤੁਹਾਨੂੰ ਦਰਸ਼ਨ ਦੇ ਰਿਹਾ ਆ, ਅੱਜ ਖੁਦਾ ਦਾ ਆਤਮਾ ਤੁਹਾਨੂੰ ਛੂ ਰਿਹਾ ਆ, ਅਗਰ ਅੱਜ ਤੁਹਾਡੇ ਉੱਤੇ ਖੁਦਾ ਦਾ ਆਤਮਾ, ਖੁਦਾ ਦਾ ਰੂਹ ਜੇ ਆ ਜਾਏ, 1 ਮਿੰਟ ਦੇ ਲਈ, ਹਾਲੇਲੂਇਆ। ਅਗਰ ਅੱਜ ਪਵਿੱਤਰ ਆਤਮਾ ਤੁਹਾਨੂੰ ਦਰਸ਼ਨ ਦੇ ਰਿਹਾ ਆ, ਗੱਲ ਕਰ ਰਿਹਾ ਆ, ਤੇ ਤੁਹਾਨੂੰ ਕਹੇ, ਮੇਰੀ ਬੇਟੀ, ਮੇਰੇ ਬੇਟੇ, ਤੂੰ ਮੰਗ, ਮੈਂ ਤੇਰੇ ਲਈ ਕੀ ਕਰਾਂ। ਹਾਲੇਲੂਇਆ। ਤੁਸੀਂ ਸੋਚ ਰਹੇ ਹੋ ਅੱਜ ਪਾਦਰੀ ਸਾਹਿਬ ਕੀ ਕਹਿ ਰਹੇ ਆ। ਮੈਂ ਅੱਜ ਸੱਚ ਕਹਿ ਰਿਹਾ ਖੁਦਾ ਦੇ ਵਚਨ ਦੇ ਵਿੱਚੋਂ। ਪਵਿੱਤਰ ਆਤਮਾ ਸਾਨੂੰ ਰੋਜ਼ ਪੁੱਛਦਾ ਕਿ what you want। ਖੁਦਾ ਦਾ ਆਤਮਾ ਸਾਨੂੰ ਰੋਜ਼ ਪੁੱਛਦਾ what you want। ਮੇਰੀ ਬੇਟੀ, ਮੈਂ ਤੇਰੇ ਲਈ ਕੀ ਕਰਾਂ, ਮੇਰੇ ਬੇਟੇ, ਮੈਂ ਤੇਰੇ ਲਈ ਕੀ ਕਰਾਂ। ਅਸੀਂ ਕੀ ਮੰਗ ਸਕਦੇ ਹਾਂ ਖੁਦਾ ਦੇ ਕੋਲ? ਰਾਜਾ ਸੁਲੇਮਾਨ ਨੇ ਤਾਂ ਬੁੱਧੀ ਮੰਗੀ, ਗਿਆਨ ਮੰਗਿਆ। ਤੁਸੀਂ ਕੀ ਮੰਗ ਸਕਦੇ ਹੋ ਸਕਦਾ ਕੋਈ ਕਹਿਣਗੇ ਮੇਰੇ ਅਕਾਊਂਟ ਦੇ ਵਿੱਚ ਬੈਲੈਂਸ ਆ ਜਾਏ, ਹੋ ਸਕਦਾ ਕਈ ਲੋਕ ਕਹਿਣਗੇ ਮੈਨੂੰ ਜ਼ਮੀਨ ਮਿਲ ਜਾਏ, ਮਕਾਨ ਮਿਲ ਜਾਏ। ਆਪਣੀ ਵਿਸ਼ੇਸ਼ ਜਿਹੜੇ ਆ ਉਹ ਰੱਖਣੀ ਸ਼ੁਰੂ ਕਰੋਗੇ। ਰਾਜਾ ਸੁਲੇਮਾਨ ਨੂੰ ਜੋ ਪੁੱਛਿਆ ਤੇ ਉਹਨੇ ਕਿਹਾ, ਮੈਂ ਪਰਮੇਸ਼ਵਰ ਦਾ ਗਿਆਨ ਮੰਗਦਾ, ਪ੍ਰਭੂ ਦੀ ਬੁੱਧੀ ਮੰਗੀ। ਕਿਉਂਕਿ ਜਦੋਂ ਉਹਦੇ ਉੱਤੇ ਗਿਆਨ ਆਇਆ ਨਾ, ਤਾਂ ਉਹਦੇ ਗਿਆਨ ਦੇ ਨਾਲ ਸਾਰੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਰਾਜ ਪਾਟ ਵੀ ਆ ਗਿਆ, ਧਨ ਦੌਲਤ ਵੀ ਆ ਗਈ, ਜ਼ਮੀਨ ਜਾਇਦਾਦ ਵੀ ਆ ਗਈ, ਹਕੂਮਤ ਵੀ ਆ ਗਈ। ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਅੱਜ ਗਿਆਨ ਨੂੰ ਮੰਗੋ, ਪ੍ਰਭੂ ਦੇ ਸਾਮਰਥ ਦੇ ਦੁਆਰਾ ਪਰਮੇਸ਼ਵਰ ਦੇ ਵਚਨ ਦੇ ਵਿੱਚ ਜਾਓ ਤੇ ਇਹਨੂੰ ਸਿੱਖਣਾ ਸ਼ੁਰੂ ਕਰੋ, ਤਾਂ ਰਾਜ ਪਾਟ ਵੀ ਆ ਜਾਏਗਾ, ਸਾਮਰਥ ਵੀ ਆ ਜਾਏਗੀ, ਤਾਕਤ ਵੀ ਆ ਜਾਏਗੀ, ਚੰਗਿਆਈ ਵੀ ਆ ਜਾਏਗੀ, ਬਰਕਤ ਵੀ ਠਹਿਰ ਜਾਏਗੀ। ਹਾਲੇਲੂਇਆ। ਇਸ ਕਰਕੇ ਮੈਂ ਚਾਹ ਰਿਹਾ ਕਿ ਤੁਸੀਂ ਖੁਦਾ ਦੇ ਵਚਨ ਦੇ ਉੱਤੇ ਧਿਆਨ ਕਰੋ। ਸੱਚਿਆਰਾਂ ਲਈ ਹਨੇਰੇ ਦੇ ਵਿੱਚੋਂ ਵੀ ਚਾਨਣ ਚੜ ਆਂਦਾ ਆ। ਉਹ ਦਿਆਲੂ ਤੇ ਕਿਰਪਾਲੂ ਤੇ ਧਰਮੀ ਆ। 5 ਆਇਤ ਦੱਸਦੀ ਆ, ਉਸ ਮਨੁੱਖ ਦਾ ਭਲਾ ਹੁੰਦਾ ਜਿਹੜਾ ਦਇਆਵਾਨ ਤੇ ਉਧਾਰ ਦੇਣ ਵਾਲਾ ਹੈ। ਹਾਲੇਲੂਇਆ। ਉਹ ਮਨੁੱਖ ਦਾ ਪਰਮੇਸ਼ਵਰ ਭਲਾ ਕਰਦਾ ਜਿਹੜਾ ਉਧਾਰ ਦਿੰਦਾ ਅਤੇ ਕੀ ਕਰਦਾ ਆ, ਅਤੇ ਪਰਮੇਸ਼ਵਰ ਉਹਨੂੰ ਹਿੰਮਤ ਤੇ ਤਾਕਤ ਦਲੇਰੀ ਦਿੰਦਾ ਆ। ਉਹਦਾ ਭਲਾ ਹੁੰਦਾ ਆ ਜੋ ਦਇਆਵਾਨ ਤੇ ਉਧਾਰ ਦੇਣ ਵਾਲਾ ਆ। ਹਾਲੇਲੂਇਆ। ਉਧਾਰ ਦਾ ਮਤਲਬ ਬਾਈਬਲ ਸਾਨੂੰ ਕੀ ਦੱਸਦੀ ਆ? ਉਧਾਰ ਦਿਓ। ਜੇ ਤੁਸੀਂ ਉਧਾਰ ਦਿੰਦੇ ਹੋ ਤਾਂ ਉਹਨਾਂ ਨੂੰ ਦਿਓ ਜਿਨ੍ਹਾਂ ਤੋਂ ਲੈਣ ਦੀ ਉਮੀਦ ਨਾ ਹੋਵੇ, ਵਾਪਸ ਨਾ ਲਓ। ਬਾਈਬਲ ਇਹ ਦੱਸਦੀ ਹੈ ਜੇ ਤੁਸੀਂ ਵਾਪਸ ਲੈਣੇ ਆ ਤਾਂ ਉਧਾਰ ਨਹੀਂ ਹੈਗੀ। ਹਾਲੇਲੂਇਆ। ਕਿਉਂਕਿ ਵਾਪਸ ਦੇਣ ਵਾਲਾ ਪਰਮੇਸ਼ਵਰ ਆ ਤੁਹਾਨੂੰ। ਕਈ ਗੁਣਾ ਕਰਕੇ ਖੁਦਾ ਲੁਟਾਉਣ ਵਾਲਾ ਹੈ ਤੁਹਾਨੂੰ। ਹਾਲੇਲੂਇਆ। ਅੱਜ ਮੈਂ ਬੋਲਿਆ ਆਤਮਾ ਦੇ ਦੁਆਰਾ ਤੁਹਾਡੇ ਨਾਲ ਹੋਣ ਜਾ ਰਿਹਾ ਆ। ਪਰਮੇਸ਼ਵਰ ਇੱਕ ਗੁਣਾ ਨਹੀਂ, ਉਹ ਕਈ ਗੁਣਾ ਕਰਕੇ ਪਰਮੇਸ਼ਵਰ ਸਾਨੂੰ ਲੁਟਾ ਦਿੰਦਾ ਆ। ਪਰਮੇਸ਼ਵਰ ਕਿਸੇ ਦਾ ਕਰਜ਼ਦਾਰ ਨਹੀਂ ਰਹਿੰਦਾ ਹੈਗਾ। ਸਾਮਰਥੀ ਪਰਮੇਸ਼ਵਰ ਆ, ਉਹ ਅਦਭੁਤ ਪਰਮੇਸ਼ਵਰ ਆ। ਪਲ ਵਿੱਚ ਜਲ ਥਲ ਕਰਨ ਦੀ ਸਾਮਰਥ ਰੱਖਦਾ ਆ, ਪਲ ਵਿੱਚ ਵੱਡੇ ਕੰਮ ਕਰਨ ਦੀ ਸਾਮਰਥ ਰੱਖਦਾ ਆ। ਹਾਲੇਲੂਇਆ। ਇਸ ਕਰਕੇ ਤੁਸੀਂ ਆਪਣੇ ਆਪ ਨੂੰ ਤਿਆਰ ਕਰੋ, ਰੈਡੀ ਕਰੋ,
और ताकि तुसी खुदा दे सामर्थ दे द्वारा चल सको, परमेश्वर दी अभिषेक दे द्वारा तुसी ठहर सको। और अजी जो तुसी 6 च पढ़ते हैं, वो कदे भी ना डोलेगा। आमीन। धर्मी सदा तीक यादगारी होवेगा। बाइबल दे विच लिखिया आ कि जिहड़ा प्रभु दे उत्ते नेचा रख के उहदा डर मनदा है, वो कदे भी नहीं डोलदा, चाहे उचाइयां डूंघाइयां। और यदि जदों असी 7 आयत नूं पढ़ते हैं, वो बुरी खबर तो नहीं डरदा, उहदा दिल मजबूत है, उहदा भरोसा यहोवा उत्ते है। हालेलुया। कितना महान परमेश्वर आ कि साडी जिंदगी की एक गल नूं किद्दां साना बोल बोल के दस रहा। आमीन। ये इत्थे लिखिया आ, क्योंकि अज मैं कोई कहानी नहीं परमेश्वर के वचन तो दस रहा। अज मैं जबूरां नूं पढ़ रहा, जबूरां दे विचों तुहानूं सिक्ख्या दे रहा हाँ। ये जबूरां दी सिक्ख्या जिहड़ी आ बड़ी खास तुहाडे लई सिक्ख्या आ। इत्थे लिखिया आ कि वो कदे भी नहीं डोलेगा। क्या मतलब है कि वो कदे नहीं डोलेगा? कि वो कदे पिछे हटेगा नहीं, कदे थकेगा नहीं, कदे रुकेगा नहीं। वो हमेशा बल पाएगा, वो काबा वांग उड़ेगा, तो वो थकेगा नहीं। उहदा बल परमेश्वर होर वधाएगा, उहदी ताकत परमेश्वर होर वधाएगा। परमेश्वर उहदा भला करेगा, उहदे नाती पोते तक परमेश्वर उहनूं बरकत देगा। हालेलुया। ओ रबा शोदरो मुथानी। परमेश्वर इन्नी लंबी सोच तुहाडे लई लैके रखदा आ। छोटी सोच ना रखो, छोटा दर्शन ना रखो, छोटा प्लान ना करो, छोटे सुपने ना देखो, छोटे दर्शन ना देखो, वड्डे देखो, क्योंकि परमेश्वर छोटा नहीं हैगा। परमेश्वर बहुत शक्तिशाली ते महान ते पैदाइक परमेश्वर आ। इत्थे लिखिया आ, वो बुरी खबर तो डरदा नहीं हैगा और डामाडोल नहीं हुंदा गा। डामाडोल मतलब कि वो कमी आ जाए तो वो थकदा नहीं हैगा। बे प्रभु ने मेरी सुनी नहीं हैगी, प्रभु ने मेरे लिए कीता नहीं हैगा। प्रभु तेनू परख रहा आ, जांच रहा आ, तू किन्ना क विश्वास करदी आ, किन्ना क प्रभु दे पिछे चल रही आ, किन्ना क हुक्मां नू मन रही आ, किन्ना क तू दशवांचां भेंटा दे के प्रभु दा धन्नवाद करदी आ, जां किन्ना तू परमेश्वर दे अगे समर्पण कर रहा आ, जां किन्ना तू नशा तो दूर आ, किन्ना पाप तो दूर आ, किन्ना धार्मिक जीवन बिता रहा, किन्नी क आग्याकारी कर रहा। परमेश्वर तेनू देख रहा, परख रहा, अते परमेश्वर तेनू सक्सेस देन जा रहा है। हालेलुया। ऐसे लिखा, वो बुरी खबर तो डरदा नहीं, ओदा दिल, ओदा हार्ट स्ट्रोंग आ। आमीन। और परमेश्वर पत्थर का दिल कढ़ के मांस का दिल भरदा। जो मांस का दिल भरदा तो वो फिजिकली और स्पिरिचुअली तौर पर मजबूत हो जाता है। आमीन। तुहाडा दिल जिहड़ा आ वो मजबूत होना चाहिए। मेरी बेटी, तेरा मन जिहड़ा मजबूत होना चाहिए मसीह के प्रति। मेरे बेटे, परमेश्वर के प्रति तेरा मन जिहड़ा स्ट्रोंग होना चाहिए। दिल तेरा कमज़ोर ना होवे, क्योंकि जे दिल कमज़ोर हो गया तो उत्थे शैतान ने तेरी लाइफ दे विच काम करना, उत्थे तेरी लाइफ दे विच घटनावां वापरनियां शुरू हो जानियां। तू प्रीख्या दे विच गोडे टेक देने आ, प्रीख्या तो तू हार जाना आ। जिहड़ी अज मंशा वचन दे नाल आनी आ, तू उहदे तो इनकार कर देना आ। इस करके मैं चाहना कि तू मजबूत हो, तेरा हार्ट जिहड़ा स्ट्रोंग होवे, दिल तेरा मजबूत रहे और चट्टान की तरह तू शैतान का सामना करे और तेरे मोहरे शैतान दियां सारियां योजनावां फेल हुंदियां जान। तेरे प्रति को बुरी नज़र रखदा, कोई जादू टूणा करदा, काले इलम करदा, तैनू शैतानी आत्मावां नाल बन्नण की कोशिश करदा, तां तेरे उत्ते कोई असर नहीं होएगा यीशु के नाम विच, क्योंकि तेरा हिरदा जिहड़ा वो स्ट्रोंग है, तेरा मजबूत है हिरदा। अज हड्डियां की प्रॉब्लम जा रही है, मैं आत्मा में देख रहा हड्डियां के लोग जिहड़े बीमार आ, दर्दां विच आ, यीशु मसीह के नाम दे विच दिल दीयां धड़कनां ठीक हो रही आ। हालेलुया। खुदा आत्मा थोड़ा इलाज कर रहा है यीशु के नाम दे विच, तुसीं हील हो रहे हो यीशु के नाम दे विच, क्योंकि परमेश्वर सानू हिरदे तौर पर स्ट्रोंग कर रहा आ। खुदावंद खुदा तुहानू स्ट्रोंग कर रहा आ। हालेलुया। खुदा दी सामर्थ तुहानू स्ट्रोंग कर रही आ, जिमें कि परमेश्वर ने दानियल नू स्ट्रोंग किया होया सीगा। दानियल बुरी खबर नू सुन के डरदा जां घबरांदा नहीं सी, परमेश्वर ने उहदा दिल मजबूत किया होया सी। ते अज जो हार्ट परमेश्वर तुहानू दे रहा आ, अज रिसीव करो उस स्ट्रोंग हार्ट नू, स्ट्रोंग बचन नू परमेश्वर दे, ते परमेश्वर तुहाडी लाइफ दे विच बदलाव लैके आन जा रहा, चेंज लैके आन जा रहा है। हालेलुया।
ਬਾਈਬਲ ਦੇ ਵਿੱਚ ਲਿਖਿਆ ਜਿਹੜੇ ਜਵਾਨ ਆ ਉਹ ਆਪਣੀ ਚਾਲ ਨੂੰ ਕਿੱਦਾਂ ਸੁਧਾਰਨ। ਔਰ ਪਵਿੱਤਰ ਆਤਮਾ ਮੈਨੂੰ ਇਹ ਵਚਨ ਦੇ ਰਿਹਾ, ਵਿੱਚ ਮੈਂ ਬੋਲਾਂ ਜਵਾਨਾਂ ਦੇ ਲਈ। ਜਦੋਂ ਅਸੀਂ ਜ਼ਬੂਰ 119 ਦੀ 1 ਆਇਤ ਪੜ੍ਹਦੇ ਹਾਂ, ਉੱਥੇ ਲਿਖਿਆ ਜਵਾਨ ਆਪਣੀ ਚਾਲ ਨੂੰ ਕਿੱਦਾਂ ਸੁਧਾਰੇ, ਤੇ ਨਾਲੇ ਲਿਖਿਆ ਆ ਉਹ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਚੱਲੇ। ਹਾਲੇਲੂਇਆ। ਉਹ ਪਰਮੇਸ਼ਵਰ ਦੇ ਵਚਨ ਨੂੰ ਮੰਨੇ ਤਾਂ ਉਹ ਕਦੇ ਪਾਪ ਨਹੀਂ ਕਰੇਗਾ, ਗੁਨਾਹ ਦੇ ਵੱਲ ਨਹੀਂ ਜਾਏਗਾ, ਬੁਰੀ ਸੰਗਤ ਨਹੀਂ ਖੜਾ ਹੋਏਗਾ। ਔਰ ਇੱਥੇ ਲਿਖਿਆ ਆ ਖੁਦਾ ਦੇ ਵਚਨ ਦੇ ਵਿੱਚ ਕਿ ਉਹਦਾ ਦਿਲ ਮਜ਼ਬੂਤ ਹੈ ਤੇ ਉਹਦਾ ਭਰੋਸਾ ਪ੍ਰਭੂ 'ਤੇ ਆ। ਹਾਲੇਲੂਇਆ। ਇੱਕ ਵਾਰ ਇੱਕ ਛੋਟੀ ਜਿਹੀ ਕਹਾਣੀ ਮੈਂ ਤੁਹਾਨੂੰ ਦੱਸਦਾ। ਇੱਕ ਖੁਦਾ ਦਾ ਦਾਸ ਜਿਹੜਾ ਸੀਗਾ ਉਹ ਆਦਮਵੰਸ਼ੀ ਲੋਕਾਂ ਦੇ ਵਿੱਚ ਸੇਵਕਾਈ ਕਰਨ ਗਿਆ। ਜਿਹੜੇ ਆਦਮਵੰਸ਼ੀ ਲੋਕ ਮਤਲਬ ਕਿ ਜਿਹੜੇ ਬੜੇ ਸਟਰੋਂਗ ਹੁੰਦੇ ਆ, ਆਪਣੇ ਕਿਸੇ ਵੀ ਚੀਜ਼ ਨੂੰ ਮੰਨਦੇ, ਜਿਹੜੇ ਮਤਲਬ ਕਿ ਦੇਵਤਿਆਂ ਨੂੰ ਮੰਨਦੇ ਜਾਂ ਪੱਥਰਾਂ ਨੂੰ ਜਾਂ ਕਿਸੇ ਚੀਜ਼ ਨੂੰ ਮੰਨਦੇ, ਉਹਨਾਂ ਦੇ ਵਿੱਚੋਂ ਯੀਸ਼ੂ ਮਸੀਹ ਦਾ ਪ੍ਰਚਾਰ ਕਰਨ ਚਲੇ ਗਿਆ। ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਬੰਦਾ ਪ੍ਰਚਾਰ ਕਰਨ ਆਇਆ, ਇਹ ਬੰਦਾ ਇਹਨੂੰ ਮਾਰ ਦਿੱਤਾ ਜਾਏ, ਇਹਨੂੰ ਛੱਡਣਾ ਨਹੀਂ ਹੈਗਾ। ਉਸੇ ਜੰਗਲ ਦੇ ਵਿੱਚ ਉਹਨੇ ਆਪਣੀ ਝੌਂਪੜੀ ਬਣਾਈ ਹੋਈ ਸੀ ਜਿਹਦੇ 'ਚ ਉਹ ਰਹਿੰਦਾ ਸੀ, ਤੇ ਰੋਜ਼ ਸਵੇਰ ਨੂੰ ਜਾਂਦਾ ਤੇ ਪ੍ਰਚਾਰ ਕਰਕੇ ਆ ਜਾਂਦਾ, ਯੀਸ਼ੂ ਮਸੀਹ ਦੇ ਬਾਰੇ ਦੱਸ ਕੇ ਆ ਜਾਂਦਾ। ਲੋਕਾਂ ਨੇ ਬੜਾ ਬੁਰਾ ਮਨਾਇਆ ਇਸ ਗੱਲ ਦਾ। ਉਹਨਾਂ ਆਦਮਵੰਸ਼ੀ ਲੋਕਾਂ ਨੇ ਬੁਰਾ ਮਨਾਇਆ ਕਿ ਸਾਨੂੰ ਇਹ ਕਿਸੇ ਹੋਰੇ ਚੀਜ਼ ਨੂੰ ਕਹਿ ਰਿਹਾ ਮੰਨਣ ਨੂੰ, ਅਸੀਂ ਕਿਉਂ ਛੱਡੀਏ। ਤੇ ਜਦੋਂ ਥੋੜੇ ਦਿਨ ਬੀਤੇ, ਕਿਉਂਕਿ ਉਹਨਾਂ ਤੋਂ ਭਾਲੇ ਤੇ ਤਲਵਾਰਾਂ ਹੁੰਦੇ ਆ ਆਮ ਜੰਗਲਾਂ ਦੇ ਵਿੱਚ, ਕਿਉਂਕਿ ਜਾਨਵਰਾਂ ਦਾ ਸਾਹਮਣਾ ਹੁੰਦਾ ਰਹਿੰਦਾ ਉਹਨਾਂ ਨੂੰ, ਜਾਨਵਰਾਂ ਨੂੰ ਮਾਰਨ ਦੇ ਲਈ। ਤਾਂ ਕੀ ਹੋਇਆ, ਇੱਕ ਰਾਤ ਜਦੋਂ ਉਹ ਪਾਸਟਰ ਜਿਹੜਾ ਸੀ, ਪ੍ਰਭੂ ਦਾ ਦਾਸ ਸੇਵਕ, ਉਹ ਆਪਣੀ ਝੌਪੜੀ 'ਚ ਸੋ ਰਿਹਾ ਸੀਗਾ, ਤੇ ਅਚਾਨਕ ਉਹ ਦਰਵਾਜ਼ਾ ਖੜਕਾਉਣ ਲੱਗ ਪਏ। ਠਕ 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 ਮਾਰੇ ਜੀ, ਕਿੰਨੀਆਂ ਆਵਾਜ਼ਾਂ ਆਈਆਂ। ਤੇ ਜਦੋਂ ਆਵਾਜ਼ਾਂ ਆਈਆਂ ਤੇ ਉਹਨੇ ਦੇਖਿਆ ਵੀ ਕੌਣ ਲੋਕ ਹੈ ਜਿਹੜੇ ਰਾਤ ਨੂੰ ਮੈਨੂੰ ਸਤਾ ਰਿਹਾ ਜਾਂ ਦਰਵਾਜ਼ੇ ਖੜਕਾ ਰਹੇ। ਉਹਨੇ ਕੀ ਕੀਤਾ, ਜਦੋਂ ਦਰਵਾਜ਼ਾ ਖੋਲ੍ਹਿਆ ਤੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਕੀ ਦੇਖਿਆ ਕਿ ਬੜੇ ਬੜੇ ਵਰਸ਼ੇ ਲੈ ਕੇ, ਬੜੇ ਬੜੇ ਕਹਿ ਸਕਦੇ ਹਾਂ ਉਹ ਲੈ ਕੇ, ਤਲਵਾਰਾਂ ਲੈ ਕੇ, ਬੜੇ ਬੜੇ ਵਰਸ਼ੇ ਲੈ ਕੇ ਆਦਮਵੰਸ਼ੀ ਹੱਟੇ ਕੱਟੇ ਲੋਕ, 30-40 ਲੋਕ ਪਰੇ ਤੱਕ ਖੜੇ ਜੀ। ਪਰੇ ਤੱਕ ਜਦੋਂ ਖੜੇ ਤੇ ਉਹ ਪਰਮੇਸ਼ਵਰ ਦਾ ਦਾਸ ਨੇ ਜਦੋਂ ਉਹਨਾਂ ਨੂੰ ਦੇਖਿਆ ਤੇ ਬਈ ਇਹ ਬੜੇ, ਇਹਨਾਂ ਦੇ ਜਿਹੜੇ ਚਿਹਰੇ ਆ ਉਹ ਬੜੇ ਮਤਲਬ ਗੁੱਸੇ ਦੇ ਨਾਲ ਸੀਗੇ। ਬੜਾ ਗੁੱਸਾ ਸੀਗਾ ਉਹਨਾਂ ਦੇ ਅੰਦਰ ਕਿ ਇਹਨਾਂ ਨੇ ਤਲਵਾਰ ਦੇ ਨਾਲ ਮੈਨੂੰ ਵੱਢ ਦੇਣਾ ਜਾਂ ਭਾਲਾ ਮਾਰਨਾ, ਇਹਨਾਂ ਨੇ ਮੈਨੂੰ ਨਾਸ਼ ਕਰ ਦੇਣਾ। ਐਦਾਂ ਦੀ ਉਹਨਾਂ ਦੀ ਐਕਟੀਵਿਟੀ ਜਿਹੜੀ ਨਜ਼ਰ ਆ ਰਹੀ ਸੀਗੀ। ਤੇ ਜਦੋਂ ਪਰਮੇਸ਼ਵਰ ਦੇ ਦਾਸ ਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਗੁੱਸੇ ਵਾਲੇ ਚਿਹਰੇ ਦੇਖੇ, ਤਾਂ ਹੌਲੀ ਹੌਲੀ ਜਦੋਂ ਉਹ ਜਿਹੜੇ 40-45 ਲੋਕ ਸੀਗੇ ਉਹਨੂੰ ਦੇਖਦੇ ਸੀਗੇ, ਪ੍ਰਭੂ ਦੇ ਦਾਸ ਨੂੰ, ਤੇ ਦਾਸ ਜਿਹੜਾ ਸੀਗਾ ਉਹਨਾਂ ਨੂੰ ਦੇਖ ਰਿਹਾ ਸੀ। ਤਾਂ ਕੀ ਹੋਇਆ, ਜਿਹੜੇ ਆਦਮਵੰਸ਼ੀ ਤਲਵਾਰਾਂ ਲੈ ਕੇ ਖੜੇ ਸੀ, ਇੱਕ ਇੱਕ ਜਿਹੜਾ ਸੀਗਾ ਤਲਵਾਰ ਸੁੱਟੀ ਗਿਆ ਤੇ ਪਿੱਛੇ ਨੂੰ ਹੋਈ ਗਿਆ। ਉਹ ਜਿਹੜਾ ਪਾਸਟਰ ਸੀਗਾ, ਖੁਦਾ ਦਾ ਦਾਸ, ਉਹ ਸੋਚ ਰਿਹਾ ਸੀਗਾ ਕਿ ਮੈਂ ਤਾਂ ਇਹਨਾਂ ਨੂੰ ਕੁਝ ਕਿਹਾ ਵੀ ਨਹੀਂ ਹਲੇ, ਮੈਂ ਤਾਂ ਖੁਦ ਡਰ ਰਿਹਾ ਕਿ ਮੈਨੂੰ ਹੁਣ ਨਾ ਮਾਰ ਦੇਣ, ਹੁਣ ਨਾ ਮਾਰ ਦੇਣ। ਤੇ ਉਹ ਇੱਕ ਇੱਕ ਤਲਵਾਰ ਸੁੱਟੀ ਗਿਆ, ਭਾਲਾ ਸੁੱਟੀ ਗਿਆ ਤੇ ਪਿੱਛੇ ਨੂੰ ਹੋਈ ਗਿਆ। ਤੇ ਜਿਹੜਾ ਉਹਨਾਂ ਦਾ ਗੁੱਸੇ ਵਾਲਾ ਸੀਗਾ ਤੇ ਉਹ ਉਹਨਾਂ ਦੇ ਚਿਹਰੇ ਦੀ ਐਕਟੀਵਿਟੀ ਜਿਹੜੀ ਸੀ ਉਹ ਡਰ ਵਾਲੀ ਹੋ ਗਈ। ਉਹ ਡਰਨ ਲੱਗ ਪਏ। ਜਦੋਂ ਡਰਨ ਲੱਗ ਪਏ ਤਾਂ ਉਹਨੇ ਪਾਸਟਰ ਨੇ ਪੁੱਛਿਆ, ਤੁਸੀਂ ਡਰਦੇ ਕਿਉਂ, ਤੁਸੀਂ ਤਲਵਾਰਾਂ ਕਿਉਂ ਸੁੱਟ ਰਹੇ ਹੋ। ਉਹਨਾਂ ਨੇ ਕਿਹਾ ਕਿ ਅਸੀਂ ਤੈਨੂੰ ਮਾਰਨ ਦੇ ਲਈ ਆਏ ਸੀਗੇ, ਕਿਉਂ ਤੂੰ ਯਿਸੂ ਦੇ ਉੱਤੇ ਵਿਸ਼ਵਾਸ ਕਰ ਰਹੇ ਹਾਂ, ਯਿਸੂ ਦਾ ਪ੍ਰਚਾਰ ਕਰ ਰਹੇ ਹਾਂ, ਯਿਸੂ ਦਾ ਡਰ ਤੇਰੀ ਲਾਈਫ 'ਚ ਹੈ, ਇਸ ਕਰਕੇ ਤੈਨੂੰ ਅਸੀਂ ਮਾਰਨ ਆਏ ਸੀ, ਤੇਰਾ ਪ੍ਰਚਾਰ ਰੋਕਣ ਲਈ ਆਏ ਸੀਗੇ। ਪਰ ਸਾਨੂੰ ਇਹ ਨਹੀਂ ਪਤਾ ਸੀਗਾ ਕਿ ਤੈਂ ਛੋਟੀ ਜਿਹੀ ਝੌਂਪੜੀ ਦੇ ਵਿੱਚ, ਤੇਰੀ ਬੈਕ ਸਾਈਡ ਤੇ ਚਿੱਟੇ ਕੱਪੜੇ ਪਹਿਨੀ, ਹਜ਼ਾਰਾਂ ਦੀ ਤਾਦਾਦ ਦੇ ਨਾਲ ਅਣਗਿਣਤ ਸਵਰਗ ਦੂਤ ਤੇਰੇ ਪਿੱਛੇ ਤਲਵਾਰਾਂ ਲੈ ਕੇ ਖੜੇ ਆ। ਅਸੀਂ ਨਹੀਂ ਜਾਣਦੇ ਸੀਗੇ ਕਿ ਤੇਰੇ ਤੋਂ ਇੰਨੀ ਸ਼ਕਤੀ ਆ। ਹਾਲੇਲੂਇਆ। ਪਾਸਟਰ ਨੂੰ ਨਜ਼ਰ ਨਹੀਂ ਆ ਰਹੇ ਸੀਗੇ ਉਹਦੇ ਪਿੱਛੇ ਉਹਦੇ ਸਪੋਰਟਰ ਸਵਰਗ ਦੂਤ, ਪਰ ਉਹਨਾਂ ਮਾਰਨ ਵਾਲਿਆਂ ਨੂੰ ਨਜ਼ਰ ਆ ਰਹੇ ਸੀਗੇ। ਹਾਲੇਲੂਇਆ। ਸਾਰੇ ਦੇ ਸਾਰੇ ਤਲਵਾਰਾਂ ਸੁੱਟ ਕੇ ਚਲੇ ਗਏ। ਸਾਰੇ ਦੇ ਸਾਰਿਆਂ ਨੇ ਗੋਡੇ ਟੇਕ ਲਏ ਅਤੇ ਮੰਨ ਲਿਆ ਕਿ ਜਿਹੜਾ ਇਹ ਪਾਸਟਰ ਦਾ ਪਰਮੇਸ਼ਵਰ ਆ ਉਹੀ ਜ਼ਿੰਦਾ ਪਰਮੇਸ਼ਵਰ ਆ, ਉਹੀ ਖੁਦਾਵੰਦ ਖੁਦਾ ਆ ਤੇ ਉਹੀ ਰਾਜਾਂ ਦਾ ਰਾਜਾ। ਅੱਜ ਤੋਂ ਬਾਅਦ ਅਸੀਂ ਉਹਦੀ ਭਗਤੀ ਕਰਾਂਗੇ। ਆਮੇਨ। ਹਾਲੇਲੂਇਆ। ਇੱਥੇ ਲਿਖਿਆ ਆ ਕਿ ਪਰਮੇਸ਼ਵਰ ਸਾਡੇ
ਮਜ਼ਬੂਤ ਕਰਦਾ, ਸਾਡਾ ਦਿਲ ਮਜ਼ਬੂਤ ਕਰਦਾ ਆ, ਔਖੜ ਤੋਂ ਸਾਨੂੰ ਬਚਾਉਂਦਾ ਆ, ਮਹਾਮਾਰੀ ਤੋਂ, ਐਕਸੀਡੈਂਟ ਤੋਂ ਸਾਡੀ ਹਿਫਾਜ਼ਤ ਕਰਦਾ ਆ, ਵੱਡੀ ਦੁਰਘਟਨਾ ਤੋਂ ਸਾਨੂੰ ਬਚਾਉਂਦਾ ਆ। ਇੱਥੇ ਲਿਖਿਆ ਕਿ ਉਹਨਾਂ ਦਾ ਭਰੋਸਾ ਯਹੋਵਾ ਤੇ ਰਹਿੰਦਾ। ਸਾਡਾ ਭਰੋਸਾ ਯਹੋਵਾ ਤੇ ਹੋਣਾ ਚਾਹੀਦਾ। ਖੁਦਾ ਦੇ ਦੂਤ ਤੁਹਾਡੀ ਮਦਦ ਕਰਨਗੇ, ਪਰਮੇਸ਼ਰ ਦੀ ਸਾਮਰਥ ਤੁਹਾਡੀ ਮਦਦ ਕਰੇਗੀ। ਡਰ ਨੂੰ, ਸ਼ੈਤਾਨ ਦੇ ਡਰ ਨੂੰ ਕੈਂਸਲ ਕਰ ਦਿਓ, ਦੁਸ਼ਟ ਆਤਮਾ ਦੇ ਡਰ ਨੂੰ ਕੈਂਸਲ ਕਰ ਦਿਓ, ਪਾਪ ਦੇ ਡਰ ਨੂੰ ਕੈਂਸਲ ਕਰ ਦਿਓ, ਮਰਿਓ ਦੇ ਡਰ ਨੂੰ ਕੈਂਸਲ ਕਰ ਦਿਓ, ਹਰ ਇੱਕ ਮਹਾਮਾਰੀ ਨੂੰ ਕੈਂਸਲ ਕਰ ਦਿਓ, ਹਰ ਇੱਕ ਗਰੀਬੀ ਦੇ ਡਰ ਤੋਂ ਆਪਣੇ ਆਪ ਨੂੰ ਬਾਹਰ ਕੱਢੋ। ਅੱਜ ਤੁਹਾਨੂੰ ਬਾਹਰ ਆਉਣ ਦੀ ਲੋੜ ਆ, ਔਰ ਜਲਦੀ ਮੈਂ ਤੁਹਾਨੂੰ ਪ੍ਰਾਰਥਨਾ ਵਿੱਚ ਲੈ ਕੇ ਜਾਣਾ ਚਾਹੁੰਦਾ। ਅੱਜ ਸਾਨੂੰ ਸਾਰੀਆਂ ਚੀਜ਼ਾਂ ਤੋਂ ਬਾਹਰ ਆਉਣ ਦੀ ਲੋੜ ਆ। ਸਿਰਫ ਪ੍ਰਭੂ ਦਾ ਡਰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਓ। ਔਰ ਜਦੋਂ ਅਸੀਂ ਜ਼ਬੂਰ 111 ਦੀ 10 ਆਇਤ ਪੜ੍ਹਦੇ ਹਾਂ, ਯਹੋਵਾ ਦਾ ਡਰ ਬੁੱਧ ਦਾ ਮੂਲ ਹੈ, ਜਿਨ੍ਹਾਂ ਉਹਨੂੰ ਪੂਰਾ ਕਰਦੇ ਹਨ ਉਹਨਾਂ ਨੂੰ ਸਮਝ ਚੰਗੀ ਹੈ, ਉਹਦੀ ਉਸਤਤ ਸਦਾ ਤੀਕ ਬਣੀ ਰਹੇਗੀ। ਹਾਲੇਲੂਇਆ। ਇਹ ਵਚਨ ਵੀ ਸਾਡੀ ਜ਼ਿੰਦਗੀਆਂ ਨੂੰ ਬਦਲਣ ਵਾਲਾ ਆ ਕਿ ਪਰਮੇਸ਼ਵਰ ਦਾ ਜਿਹੜਾ ਡਰ ਆ ਉਹ ਬੁੱਧੀ, ਸਮਝ, ਗਿਆਨ ਦੀ ਸ਼ੁਰੂਆਤ ਹੁੰਦੀ ਆ। ਹਾਲੇਲੂਇਆ। ਜੇ ਸਮਝਦਾਰੀ ਨਾਲ ਅੱਜ ਤੁਸੀਂ ਪ੍ਰਾਰਥਨਾ ਕਰਵਾਓਗੇ, ਅੱਜ ਤੁਸੀਂ ਸਮਝਦਾਰੀ ਨਾਲ ਬਚਨ ਨੂੰ ਸੁਣੋਗੇ, ਲਾਓਗੇ ਆਪਣੀ ਲਾਈਫ 'ਚ, ਤਾਂ ਅੱਜ ਪਰਮੇਸ਼ਰ ਤੁਹਾਡੀ ਲਾਈਫ 'ਚ ਕੰਮ ਕਰੇਗਾ। ਕੱਲ ਨਹੀਂ, ਅੱਜ ਦੀ ਰਾਤ। ਕਈ ਕੰਟਰੀਆਂ 'ਚ ਸਵੇਰ ਹੋ ਰਹੀ ਆ, ਅੱਜ ਉਹਨਾਂ ਦੇ ਦਿਨ ਦੇ ਵਿੱਚ ਪ੍ਰਭੂ ਕੰਮ ਕਰੇਗਾ, ਤੇ ਜਿਹੜੀ ਕੰਟਰੀਆਂ ਦੇ ਵਿੱਚ ਰਾਤ ਆ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅੱਜ ਰਾਤ ਕੰਮ ਕਰੇਗਾ। ਹਾਲੇਲੂਇਆ। ਔਰ ਪਰਮੇਸ਼ਵਰ ਸਾਨੂੰ ਮਜ਼ਬੂਤ ਕਰਦਾ ਆ। ਔਰ ਮੈਂ ਚਾਹਨਾ ਹੈ ਕਿ ਉਹਨਾਂ ਸਾਰੀਆਂ ਚੀਜ਼ਾਂ ਤੋਂ ਤੁਸੀਂ ਬਾਹਰ ਆ ਜਾਓ ਯਿਸੂ ਦੇ ਨਾਮ ਦੇ ਵਿੱਚ, ਔਰ ਪਰਮੇਸ਼ਵਰ ਦੇ ਡਰ ਦੇ ਵਿੱਚ ਖੋ ਜਾਓ, ਪਰਮੇਸ਼ਵਰ ਦੇ ਹੁਕਮਾਂ 'ਚ ਲਬਲੀਨ ਹੋ ਜਾਓ। ਇਹਦੀ 8 ਆਇਤ ਵੀ ਬੜੀ ਪੜ੍ਹਨ ਵਾਲੀ ਆ ਔਰ ਸਿੱਖਣ ਵਾਲੀ ਆ। 112 ਦੀ 8 ਆਇਤ, ਉਹਦਾ ਮਨ ਤਕੜਾ ਹੈ, ਉਹ ਨਾ ਡਰੇਗਾ ਜਦ ਤੀਕਰ ਉਹ ਆਪਣੇ ਬੈਰੀਆਂ ਉੱਤੇ ਆਪਣੀ ਜਿੱਤ ਨਾ ਵੇਖੇ। ਹਾਲੇਲੂਇਆ। ਉਹਦਾ ਮਨ ਸਟਰੋਂਗ ਆ, ਪ੍ਰਭੂ ਦੇ ਉੱਤੇ ਭਰੋਸਾ ਰੱਖਦਾ ਆ, ਤੇ ਉਹ ਆਪਣੇ ਬੈਰੀਆਂ ਦੇ ਉੱਤੇ ਜਿੱਤ ਦੇਖੇਗਾ। ਹਾਲੇਲੂਇਆ, ਹਾਲੇਲੂਇਆ। ਔਰ ਇਹਦੀ 9 ਆਇਤ ਦੇ ਵਿੱਚ ਵੀ ਲਿਖਿਆ, ਉਹਨੇ ਵੰਡਿਆ, ਉਹਨੇ ਕੰਗਾਲਾਂ ਨੂੰ ਦਿੱਤਾ, ਉਹਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ, ਉਹਦਾ ਸਿੰਘ ਭਰਾ ਨਾ ਉੱਚਾ ਕੀਤਾ ਜਾਵੇਗਾ। ਹਾਲੇਲੂਇਆ। ਦੁਸ਼ਟ ਇਹਨੂੰ ਵੇਖ ਕੇ ਕੁੜੇਗਾ, ਦੰਦ ਪੀ ਕੇ ਉਹ ਗਲ ਜਾਵੇਗਾ, ਦੁਸ਼ਟ ਦੀ ਹਿਰਸ ਨਾਸ਼ ਹੋ ਜਾਵੇਗੀ। ਹਾਲੇਲੂਇਆ। ਖੁਦਾਵੰਦ ਖੁਦਾ ਇੱਥੇ ਜਦੋਂ ਅਸੀਂ 8 ਆਇਤ, ਉਹਦਾ ਮਨ ਤਕੜਾ, ਉਹ ਨਾ ਡਰੇਗਾ ਜਦ ਤੀਕਰ ਉਹ ਆਪਣੇ ਵਿਰੋਧੀਆਂ ਦਾ ਕੀ ਨਾ ਦੇਖ ਲੈ, ਅੰਤ ਨਾ ਦੇਖ ਲੈ। ਸਾਡਾ ਵਿਰੋਧੀ ਕੌਣ ਆ? ਸ਼ੈਤਾਨ, ਇਵਲ ਸਪਿਰਿਟ, ਪਾਪ, ਗੁਨਾਹ, ਨਸ਼ੇ, ਬਿਮਾਰੀਆਂ, ਅੰਧਕਾਰ ਦੀਆਂ ਤਾਕਤਾਂ, ਦਰਦ, ਤਕਲੀਫਾਂ, ਹਰ ਉਹ ਬੁਰੀ ਬੈਡ ਨਿਊਜ਼। ਅੱਜ ਮੈਂ ਚਾਹਨਾ ਹੈ ਕਿ ਤੁਸੀਂ ਉਹਨਾਂ ਤੋਂ ਬਾਹਰ ਆਓ ਯਿਸੂ ਦੇ ਨਾਮ ਦੇ ਵਿੱਚ। ਜਲਦੀ ਪ੍ਰਾਰਥਨਾ ਦੇ ਵਿੱਚ ਚੱਲੀਏ। ਅੱਜ ਖੁਦਾਵੰਦ ਖੁਦਾ ਤੁਹਾਨੂੰ ਛੂਏ, ਅੱਜ ਦੀ ਬਰਕਤ ਤੁਹਾਡੇ ਉੱਤੇ ਉਤਰੇ। ਅੱਜ ਤੋਂ ਬਾਅਦ ਵੀ ਜਿਹੜਾ ਇਸ ਪ੍ਰਾਰਥਨਾ ਦੇ ਵਿੱਚ ਆਏ, ਉਹਦੀ ਲਾਈਫ ਚੇਂਜ ਹੋਵੇ, ਉਹਦੀ ਜ਼ਿੰਦਗੀ ਬਦਲੇ, ਉਹਦੇ ਉੱਤੇ ਪਰਮੇਸ਼ਰ ਦਾ ਜਲਜਲਾ ਉਤਰੇ, ਉਹਨਾਂ ਉੱਤੇ ਪਰਮੇਸ਼ਰ ਦਾ ਜਲਾਲ ਉਤਰੇ, ਪ੍ਰਭੂ ਦਾ ਸਾਮਰਥ ਉਤਰੇ, ਪ੍ਰਭੂ ਦਾ ਅਭਿਸ਼ੇਕ ਉਤਰੇ, ਪ੍ਰਭੂ ਦੀ ਬੁੱਧੀ ਉਤਰੇ। ਹਾਲੇਲੂਇਆ। ਅੱਜ ਤੁਸੀਂ ਆਪਣੇ ਘਰਾਂ ਦੇ ਵਿੱਚ ਹੋ, ਅਗਰ ਤੁਸੀਂ ਆਪਣੀ ਚੱਪਲ ਉਤਾਰ ਸਕਦੇ ਹੋ ਤਾਂ ਚੱਪਲ ਉਤਾਰ ਲੈਣਾ, ਅਗਰ ਪੋਸੀਬਲ ਹੈ। ਅਗਰ ਪੋਸੀਬਲ ਨਹੀਂ ਕਿ ਤੁਸੀਂ ਆਪਣੀ ਚੱਪਲ ਨਹੀਂ ਉਤਾਰ ਸਕਦੇ, ਕੋਈ ਗੱਲ ਨਹੀਂ, ਪਰ ਜਿੰਨੇ ਵੀ ਆਪਣੇ ਚੱਪਲਾਂ ਨੂੰ ਉਤਾਰ ਸਕਦੇ ਹੋ ਉਤਾਰ ਲਈਏ। ਹਾਲੇਲੂਇਆ। ਓ ਰਬੋ ਸ਼ੁੰਦੋ ਰੋਮੋ ਥਾਨੀ। ਪਵਿੱਤਰ ਆਤਮਾ ਤੁਹਾਨੂੰ ਇਹਨਾਂ ਚੀਜ਼ਾਂ ਤੋਂ, ਤੁਹਾਡਾ ਵਿਰੋਧੀ ਸ਼ੈਤਾਨ ਜਿਹੜਾ ਤੁਹਾਨੂੰ ਹਮੇਸ਼ਾ ਵੀਕ ਕਰਦਾ ਆ, ਤੁਹਾਨੂੰ ਕਹਿੰਦਾ ਕਿ ਤੂੰ ਕਮਜ਼ੋਰ ਆ, ਤੂੰ ਕਮਜ਼ੋਰ ਆ, ਤੇ 'ਚ ਕਮੀਆਂ, ਤੇ 'ਚ ਕਮੀਆਂ, ਅੱਜ ਉਹਨੂੰ ਆਪਣੇ ਮੂੰਹ ਨੂੰ ਖੋਲ ਕੇ ਕਹੋ ਕਿ ਸ਼ੈਤਾਨ, ਮੈਂ ਤੈਨੂੰ ਬੰਨ੍ਹਦੀ ਹਾਂ ਯਿਸੂ ਨਾਮ ਵਿੱਚ, ਮੈਂ ਤੈਨੂੰ ਡਾਂਟਦੀ ਹਾਂ ਯਿਸੂ ਨਾਮ ਵਿੱਚ, ਮੈਂ ਤੈਨੂੰ ਡਾਂਟਦਾ ਹਾਂ, ਕਿਉਂਕਿ ਮੈਂ ਪਰਮੇਸ਼ਰ ਦਾ ਦਾਸ ਉਹਨਾਂ ਨੂੰ ਬੰਨ੍ਹ ਰਿਹਾ, ਡਾਂਟ ਰਿਹਾ, ਕਿਉਂਕਿ ਖੁਦਾ ਨੇ ਬੰਨ੍ਹਣ ਤੇ ਖੋਲ੍ਹਣ ਦਾ ਅਧਿਕਾਰ ਦਿੱਤਾ। ਅੱਜ ਵੱਡੀ ਕਿਰਪਾ ਤੁਹਾਡੇ ਉੱਤੇ ਪ੍ਰਭੂ ਦੀ ਸਾਮਰਥ ਦੇ ਦੁਆਰਾ, ਪ੍ਰਭੂ ਦੀ ਅਭਿਸ਼ੇਕ ਮਸਾ ਦੇ ਦੁਆਰਾ ਤੁਹਾਡੇ ਉੱਤੇ ਉਤਰੇ। ਹਾਲੇਲੂਇਆ। ਤੁਹਾਡੀਆਂ ਵੀਕਨੈਸਾਂ ਅੱਜ ਚੱਕ ਹੋਣ ਯਿਸੂ ਦੇ ਨਾਮ ਦੇ ਵਿੱਚ। ਅੱਜ ਵੀਕਨੈਸਾਂ, ਕਮਜ਼ੋਰੀਆਂ, ਬਾਡੀ ਦੇ ਵਿੱਚੋਂ ਦਰਦਾਂ, ਬਾਡੀ ਦੇ ਵਿੱਚੋਂ ਹਰ ਤਰ੍ਹਾਂ ਦੇ ਲਾਇਲਾਜ ਬਿਮਾਰੀਆਂ ਤੁਹਾਨੂੰ ਛੱਡ ਕੇ ਜਾਣ, ਕਿਉਂਕਿ ਅੱਜ ਦਾ ਵਚਨ ਜਿਹੜਾ ਤੁਸੀਂ ਸੁਣਿਆ ਔਰ ਕਬੂਲ ਕੀਤਾ, ਉਹਦੇ ਉੱਤੇ ਠਹਿਰੇ ਹੋ, ਉਹਦੇ ਉੱਤੇ ਤੁਸੀਂ ਆਪਣਾ ਈਮਾਨ ਲਿਆਂਦਾ ਆ, ਆਪਣਾ ਯਕੀਨ ਰੱਖਿਆ, ਆਪਣਾ ਡਰ
ਤੁਸੀਂ ਪ੍ਰਭੂ ਦਾ ਮੰਨਣਾ ਸ਼ੁਰੂ ਕੀਤਾ ਆ, ਪ੍ਰਭੂ ਦੇ ਉੱਤੇ ਤੁਸੀਂ ਭਰੋਸਾ ਰੱਖਣਾ ਸ਼ੁਰੂ ਕੀਤਾ ਆ, ਅੱਜ ਤੋਂ ਬਾਅਦ ਤੁਸੀਂ ਆਤਮਾਵਾਂ ਸ਼ਰਮਿੰਦੀਆਂ ਹੋਣ ਜਾ ਰਹੀਆਂ, ਦੁਸ਼ਟ ਆਤਮਾ ਦੇ ਬੰਧਨ ਟੁੱਟਣਗੇ, ਹਰ ਇੱਕ ਵੀਕਨੈਸ ਤੁਹਾਡੀ ਲਾਈਫ ਦੇ ਵਿੱਚੋਂ ਖਤਮ ਹੋਵੇਗੀ, ਹਰ ਇੱਕ ਕਮਜ਼ੋਰੀ ਤੁਹਾਨੂੰ ਛੱਡ ਕੇ ਜਾਏਗੀ ਯਿਸੂ ਦੇ ਨਾਮ ਦੇ ਵਿੱਚ। ਮੈਂ ਚਾਹਨਾ ਅਗਰ ਤੁਸੀਂ ਕਿਸੇ ਬਿਮਾਰੀ ਜਾਂ ਕਿਸੇ ਵੀ ਲਾਚਾਰੀ 'ਚ ਜਾਂ ਕਿਸੇ ਦਰਦ ਤਕਲੀਫ ਦੇ ਵਿੱਚ ਹੋ ਤਾਂ ਇਸ ਸਮੇਂ ਜਲਦੀ ਆਪਣੇ ਆਪ ਨੂੰ ਰੈਡੀ ਕਰੋ, ਕਿਉਂਕਿ ਹੁਣੇ ਇਸੇ ਵਕਤ ਤੁਹਾਡੀ ਕਮਰ ਦਾ ਦਰਦ, ਡਿਸਕ ਦੀ ਪ੍ਰੋਬਲਮ, ਹਰ ਇੱਕ ਗਿਲਟੀ, ਸੌਲੀ, ਪੱਥਰੀ ਯਿਸੂ ਦੇ ਨਾਮ ਦੇ ਵਿੱਚ ਜਾਏਗੀ। ਹਾਲੇਲੂਇਆ, ਹਾਲੇਲੂਇਆ। ਪਵਿੱਤਰ ਆਤਮਾ ਤੁਹਾਡੇ ਮਨ ਨੂੰ ਸਟਰੋਂਗ ਕਰ ਰਿਹਾ। ਮੈਂ ਦੇਖ ਰਿਹਾ ਆਤਮਾ ਵਿੱਚ ਬਹੁਤ ਸਾਰੇ ਲੋਕਾਂ ਦੇ ਮਨ ਜਿਹੜੇ ਆ ਉਹ ਕਮਜ਼ੋਰ ਹੋ ਚੁੱਕੇ ਸੀਗੇ, ਉਹ ਦੁਬਾਰਾ ਪਾਪ ਵੱਲ ਨੂੰ ਦੇਖ ਰਹੇ ਸੀ, ਦੁਬਾਰਾ ਬੈਕ ਨੂੰ ਦੇਖ ਰਹੇ ਸੀਗੇ। ਜਿਨ੍ਹਾਂ ਚੀਜ਼ਾਂ ਤੋਂ ਖੁਦਾ ਨੇ ਤੁਹਾਨੂੰ ਆਜ਼ਾਦ ਕੀਤਾ, ਤੁਹਾਡਾ ਮਨ ਦੁਬਾਰਾ ਉਧਰ ਨੂੰ ਕਰ ਰਿਹਾ ਸੀਗਾ ਕਿ ਤੁਸੀਂ ਜਾਓ, ਪਰ ਅੱਜ ਦੀ ਪ੍ਰਾਰਥਨਾ ਤੋਂ ਬਾਅਦ ਤੁਸੀਂ ਬੈਕ ਆਓਗੇ ਔਰ ਸਾਮਰਥ ਨਾਲ ਭਰ ਕੇ ਆਓਗੇ, ਅਭਿਸ਼ੇਕ ਨਾਲ ਭਰ ਕੇ ਆਓਗੇ, ਪ੍ਰਭੂ ਦੇ ਮਸਾਂ ਨਾਲ ਭਰ ਕੇ ਆਓਗੇ। ਜਦੋਂ ਤੁਸੀਂ ਖੁਦਾ ਦੇ ਅੱਗੇ ਖੜੇ ਹੋਵੋਗੇ ਤਾਂ ਤੁਸੀਂ ਬਰਕਤਹੀਣ ਨਹੀਂ ਬਲਕਿ ਬਰਕਤ ਦੇ ਨਾਲ ਖੜੇ ਹੋਵੋਗੇ। ਹਾਲੇਲੂਇਆ। ਅੱਜ ਤੁਹਾਡੀ ਫਿਜ਼ੀਕਲੀ ਪ੍ਰੋਬਲਮ ਜਾ ਰਹੀ ਹੈ ਯਿਸੂ ਦੇ ਨਾਮ ਦੇ ਵਿੱਚ, ਫਿਜ਼ੀਕਲੀ ਗਿਲਟੀਆਂ ਸੌਲੀਆਂ ਹਟ ਰਹੀਆਂ ਆ, ਫਿਜ਼ੀਕਲੀ ਪ੍ਰੋਬਲਮਾਂ ਤੁਹਾਡੀ ਲਾਈਫ ਦੇ ਵਿੱਚੋਂ ਜਾ ਰਹੀਆਂ ਆ, ਤੁਹਾਡੇ ਉੱਤੇ ਜਿਹੜਾ ਦਬਾਅ ਆ ਹਟ ਰਿਹਾ ਹੈ ਯਿਸੂ ਦੇ ਨਾਮ ਵਿੱਚ। ਇਸ ਸਮੇਂ ਖੁਦਾ ਦੀ ਆਤਮਾ ਤੁਹਾਨੂੰ ਟੱਚ ਕਰ ਰਹੀ ਆ, ਪਰਮੇਸ਼ਵਰ ਦੀ ਬਰਕਤ ਤੁਹਾਡੇ ਉੱਤੇ ਠਹਿਰ ਰਹੀ ਆ। ਠਹਿਰਨੀ ਜ਼ਰੂਰੀ ਆ, ਬਰਕਤ ਠਹਿਰਨੀ ਜ਼ਰੂਰੀ ਆ। ਹਾਲੇਲੂਇਆ। ਉਹ ਬੰਧਨ ਟੁੱਟਣੇ ਜ਼ਰੂਰੀ ਆ। ਹਾਲੇਲੂਇਆ, ਹਾਲੇਲੂਇਆ। ਪਵਿੱਤਰ ਆਤਮਾ ਦੀ ਸਮਰਥ ਤੁਹਾਨੂੰ ਬਹਿੰਦੀ ਹੋਈ ਨਜ਼ਰ ਆਏਗੀ। ਹਾਲੇਲੂਇਆ। ਇੱਕ ਝਰਨੇ ਦੇ ਸਮਾਨ, ਇੱਕ ਨਦੀ ਦੇ ਸਮਾਨ ਤੁਸੀਂ ਉਹਦੇ ਵਿੱਚੋਂ ਬਰਕਤ ਪਾਓਗੇ। ਹਾਲੇਲੂਇਆ। ਜਲਦੀ ਔਰ ਪ੍ਰਾਰਥਨਾ ਜ਼ਰੂਰੀ ਆ, ਚਾਹੇ ਅਸੀਂ ਵਿਸ਼ਵਾਸ ਕਰਦੇ ਚਾਹੇ ਨਹੀਂ ਕਰਦੇ, ਚਾਹੇ ਅਸੀਂ ਪਹਿਲੀ ਵਾਰ ਖੁਦਾ ਦੀ ਪ੍ਰਾਰਥਨਾ ਵਿੱਚ ਸ਼ਾਮਿਲ ਹੋਏ ਹਾਂ ਵਚਨ 'ਚ, ਚਾਹੇ ਦੂਸਰੀ ਵਾਰ, ਚਾਹੇ ਕਈ, ਪਰ ਪ੍ਰਾਰਥਨਾ ਤੁਹਾਡੇ ਲਈ ਜ਼ਰੂਰੀ ਆ, ਕਿਉਂਕਿ ਪਰਮੇਸ਼ਵਰ ਹਰ ਮਹਾਮਾਰੀ ਤੋਂ ਸਾਡੀ ਹਿਫਾਜ਼ਤ ਕਰਦਾ, ਹਰ ਬੁਰੀ ਬੈਡ ਨਿਊਜ਼ ਤੋਂ ਸਾਡੀ ਹਿਫਾਜ਼ਤ ਕਰਦਾ ਆ। ਮੇਰੀ ਭੈਣ, ਮੇਰੀ ਬੇਟੀ, ਇੱਕ ਮਜ਼ਬੂਤ ਹਿਰਦੇ ਦੇ ਨਾਲ ਦੁਬਾਰਾ ਖੜੀ ਹੋ ਜਾ। ਦੁਬਾਰਾ ਤੂੰ ਆਪਣੇ ਪੈਰਾਂ ਤੇ ਆਪਣੇ ਜੀਵਨ ਦੇ ਵਿੱਚ ਖੜੀ ਹੋ ਜਾ, ਆਪਣੀ ਉਮੀਦ ਦੇ ਵਿੱਚ, ਆਸ ਦੇ ਵਿੱਚ ਖੜੀ ਹੋ ਜਾ। ਆਪਣੀ ਬੇਉਮੀਦੀ ਦੇ ਵਿੱਚ ਇੱਕ ਆਸ ਨੂੰ ਦੇਖ, ਕਿਉਂਕਿ ਆਸ ਕਦੇ ਸ਼ਰਮਿੰਦਾ ਨਹੀਂ ਹੋਣ ਦਿੰਦੀ, ਬਾਈਬਲ ਦੱਸਦੀ ਆ। ਹਾਲੇਲੂਇਆ। ਕਿਉਂਕਿ ਰਾਜਾ ਸੁਲੇਮਾਨ ਕਦੇ ਵੀ ਸ਼ਰਮਿੰਦਾ ਨਹੀਂ ਹੋਇਆ ਬੁੱਧੀ ਨੂੰ ਪ੍ਰਾਪਤ ਕਰਨ ਤੋਂ ਬਾਅਦ। ਹਾਲੇਲੂਇਆ। ਅੱਜ ਤੁਸੀਂ ਅਗਰ ਬੁੱਧੀ ਨੂੰ ਪ੍ਰਾਪਤ ਕਰੋਗੇ, ਗਿਆਨ ਨੂੰ ਪ੍ਰਾਪਤ ਕਰੋਗੇ, ਪਰਮੇਸ਼ਵਰ ਦੇ ਡਰ ਨੂੰ ਆਪਣੀ ਲਾਈਫ ਦੇ ਵਿੱਚ ਲਾਓਗੇ ਤਾਂ ਤੁਸੀਂ ਕਦੇ ਸ਼ਰਮਿੰਦੇ ਨਹੀਂ ਹੋਵੋਗੇ। ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਜੀਸਸ। ਜਲਦੀ ਪ੍ਰਾਰਥਨਾ ਦੇ ਵਿੱਚ ਜਾਣ ਤੋਂ ਪਹਿਲਾਂ ਆਪਣੇ ਆਪ ਨੂੰ ਰੈਡੀ ਕਰੋ। ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਨ ਜਾ ਰਿਹਾ ਹਾਂ। ਪ੍ਰਭੂ ਦਾ ਆਤਮਾ ਤੁਹਾਨੂੰ ਮੁਹੱਬਤ ਕਰਦਾ ਹੈ। ਸ਼ਿਫਾ ਚਰਚ ਮਿਨਿਸਟਰੀ ਸਾਰੀ ਕਮੇਟੀ, ਸਾਰੇ ਮੈਂਬਰਸ ਤੁਹਾਨੂੰ ਪਿਆਰ ਕਰਦੇ ਆ, ਮੈਂ ਪਿਆਰ ਕਰਦਾ ਹਾਂ। ਪ੍ਰਭੂ ਦੇ ਵਚਨ ਦੇ ਮੁਤਾਬਿਕ ਤੁਹਾਡੇ ਲਈ ਪ੍ਰੇਅਰ ਕਰ ਰਿਹਾ ਹਾਂ। ਰੱਬਾ ਸ਼ਾਨਦਾਰ ਨਾਮਾ ਥਾਨੀ ਸ਼ੋਦੋ ਲੋਬੋਥੀਕਾ। ਥੈਂਕ ਯੂ ਜੀਸਸ। ਹੋਲੀ ਸਪਿਰਿਟ, ਤੇਰਾ ਧੰਨਵਾਦ, ਤੇਰਾ ਧੰਨਵਾਦ। ਮਨਜਿੰਦਰ ਦੇ ਲਈ ਪਰਮੇਸ਼ਵਰ ਬਰਕਤ ਖੋਲਣ ਜਾ ਰਿਹਾ ਆ। ਰੂਬੀ ਦੇ ਲਈ ਪਰਮੇਸ਼ਵਰ ਬਰਕਤ ਖੋਲਣ ਜਾ ਰਿਹਾ ਆ। ਰੂਬੀ ਤੂੰ ਕਾਮਯਾਬ ਹੋਣ ਜਾ ਰਹੀ ਹੈ ਯਿਸੂ ਦੇ ਨਾਮ ਦੇ ਵਿੱਚ। ਹਾਲੇਲੂਇਆ। ਅਮਨ, ਰੈਡੀ ਹੋ ਜਾ ਆਪਣੀ ਬਰਕਤ ਪਾਉਣ ਦੇ ਲਈ। ਤੇਰੀ ਸਾਰੀ ਫਿਜ਼ੀਕਲੀ ਪ੍ਰੋਬਲਮ ਇਸ ਸਮੇਂ ਮੈਂ ਹਟਦੀ ਹੋਈ ਦੇਖ ਰਿਹਾ ਹਾਂ, ਯਿਸੂ ਦੇ ਨਾਮ ਦੇ ਵਿੱਚ ਹਟਦੀ ਹੋਈ ਦੇਖ ਰਿਹਾ ਹਾਂ। ਹਾਲੇਲੂਇਆ। ਤੇਰਾ ਧੰਨਵਾਦ ਪਵਿੱਤਰ ਆਤਮਾ ਜੀ, ਤੇਰਾ ਸ਼ੁਕਰ ਕਰਦੇ ਹਾਂ। ਹਾਲੇਲੂਇਆ, ਹਾਲੇਲੂਇਆ। ਤੇਰਾ ਸ਼ੁਕਰ ਕਰਦੇ ਹਾਂ ਪਰਮੇਸ਼ਵਰ, ਤੂੰ ਮਹਾਨ ਆ। ਜਿਹੜੇ ਛੋਟੇ ਬੱਚੇ ਆ, ਮੈਂ ਉਹਨਾਂ ਦੇ ਲਈ ਪ੍ਰਾਰਥਨਾ ਕਰਦਾ, ਜਿਨ੍ਹਾਂ ਘਰਾਂ ਛੋਟੇ ਬੱਚੇ ਆ ਉਹਨਾਂ ਨੂੰ ਬਲੈਸ ਕਰ। ਜਿਹੜੇ ਜਵਾਨ ਆ ਪ੍ਰਭੂ ਉਹਨਾਂ ਨੂੰ ਬਲੈਸ ਕਰ। ਖੁਦਾ ਜਵਾਨ ਜਿੰਨੀਆਂ ਲੜਕੀਆਂ ਉਹਨਾਂ ਨੂੰ ਆਪਣੀ ਮਹਿਮਾ ਦੇ ਵਿੱਚ ਖੜੇ ਕਰ ਪ੍ਰਭੂ ਜੀ। ਆਪਣਾ ਡਰ ਦੇ, ਜਿੰਨੇ ਜਵਾਨ ਲੜਕੇ ਆ ਉਹਨਾਂ ਦੇ ਲਈ ਮੈਂ ਪ੍ਰਾਰਥਨਾ ਕਰਦਾ, ਉਹਨਾਂ ਨੂੰ ਆਪਣਾ ਡਰ ਦੇ। ਹਰ ਪ੍ਰਭੂ ਜੀ ਪਾਪ ਤੋਂ, ਗੁਨਾਹ ਤੋਂ ਉਹਨਾਂ ਦੀ ਹਿਫਾਜ਼ਤ ਕਰ, ਬੁਰੀ ਸੋਚ ਤੋਂ ਹਿਫਾਜ਼ਤ ਕਰ। ਉਹ ਤੇਰੀ ਸੇਵਾ ਦੇ ਲਈ ਬੋਝ ਰੱਖਣ ਔਰ ਦਰਸ਼ਨ ਦੇਖਣ ਔਰ ਖੁਦਾ ਸਾਮਰਥ ਨਾਲ ਭਰਨ, ਤਾਕਤ ਨਾਲ ਭਰਨ ਪ੍ਰਭੂ ਜੀ। ਮੈਂ ਪ੍ਰਾਰਥਨਾ ਕਰਦਾ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਆਪਰੇਸ਼ਨ ਲਈ ਡਾਕਟਰ ਨੇ ਕਿਹਾ ਆ, ਅੱਜ ਉਹ ਆਪਰੇਸ਼ਨ ਟਲਣੇ ਸ਼ੁਰੂ ਹੋ ਜਾਣ। ਤੁਸੀਂ ਆਪਣਾ ਸਮਰਥੀ ਹੱਥ ਵਧਾ ਕੇ ਉਹਨਾਂ ਲੋਕਾਂ ਨੂੰ ਛੂਵੋ ਔਰ ਚੰਗਾ ਕਰੋ ਪਰਮੇਸ਼ਵਰ। ਮੇਰੀ ਪ੍ਰਾਰਥਨਾ ਪਰਮੇਸ਼ਵਰ, ਡਾਕਟਰ ਦੀਆਂ ਰਿਪੋਰਟਾਂ ਵੀ ਬਦਲ ਜਾਣ ਯਿਸੂ ਦੇ ਨਾਮ ਦੇ ਵਿੱਚ। ਹਰ ਇੱਕ ਬੋਡੀ ਦੇ ਵਿੱਚੋਂ ਇਨਫੈਕਸ਼ਨ ਖਤਮ ਹੋ ਜਾਏ, ਹਰ ਇੱਕ ਬਲੱਡ ਸ਼ੂਗਰ ਜਾਏ, ਹਰ ਇੱਕ ਕੈਂਸਰ ਜਾਏ, ਹਰ ਇੱਕ ਟੀਬੀ ਜਾਏ। ਜਿਹੜੇ ਕਰੋਨਾ ਦੇ ਪੀੜਤ ਹਨ ਉਹਨਾਂ ਦੇ ਉੱਤੇ ਵੀ ਆਪਣਾ ਸਾਮਰਥ ਪ੍ਰਗਟ ਕਰਾ ਪ੍ਰਭੂ ਜੀ, ਔਰ ਸਾਰੇ ਦੇ ਸਾਰੇ ਲੋਕ ਚੰਗੇ ਹੋਣੇ ਸ਼ੁਰੂ ਹੋ ਜਾਣ ਪ੍ਰਭੂ ਜੀ। ਤੇਰੇ ਡਰ ਦੇ ਵਿੱਚ ਆਣੇ ਸ਼ੁਰੂ ਹੋ ਜਾਣ। ਖੁਦਾਈ ਮਹਾਮਾਰੀ ਖਤਮ ਹੋ ਜਾਏ ਯਿਸੂ ਦੇ ਨਾਮ ਦੇ ਵਿੱਚ, ਔਰ ਤੇਰੀ ਇੱਛਾ ਪੂਰੀ ਹੋਵੇ,
तेरे ही पराक्रमी ठहरे, तेरी सामर्थ ठहरे, तेरा अभिषेक ठहरे प्रभु जी। जिन्हां दे गोड्यां दे विच दर्द हो चंगे हो जाण, गिल्टियां सौलियां पत्थरियां नूं मैं बंद दिना इस समय और बाहर आनियां शुरू हो जाण, उल्टियां आनियां शुरू हो जाण, उल्टियां दे द्वारा हर शैतानी चीज़ां बाहर आनियां शुरू हो जाण। इस समय जिन्हां नूं भी उल्टियां आनियां उल्टियां भी कर सकते हो यीशु के नाम दे विच। इस समय मैं चाहना हाँ यीशु के नाम विच हर गुप्त रोग बाहर आने शुरू हो जाण, यीशु के नाम दे विच हर एक गुप्त रोग चंगा होना शुरू हो जाए, यीशु के नाम दे विच बैड स्मैल जानी शुरू हो जाए, तेरा अभिषेक आना शुरू हो जाए, तेरा मसा ठहरना शुरू हो जाए, अखां तो जिन्होंने क्लीयर नहीं दिखता क्लीयर दिखना शुरू हो जाए। हालेलुया। कन्ना तो इन्होंने घट सुनता सुनना शुरू हो जाए, ਜਿਹੜੇ ਚੱਲ ਫਿਰ नहीं सकते वो ਚੱਲਣ ਫਿਰਨ ਲੱਗ ਜਾਣ ਯीशु ਦੇ ਨਾਮ ਦੇ, ਚਾਹੇ ਉਹ ਬੱਚਾ ਬਜ਼ੁਰਗ ਆ, ਚਾਹੇ ਉਹ ਕਿਸੇ ਵੀ ਕੰਡੀਸ਼ਨ ਦੇ ਵਿੱਚ ਆ। ਹਾਲੇਲੂਇਆ ਹਾਲੇਲੂਇਆ। ਪੈਰਾਲਾਈਜ਼ ਦੀ ਆਤਮਾ ਜਾਏ ਯीशु ਦੇ ਨਾਮ ਦੇ ਵਿੱਚ, ਪੈਰਾਲਾਈਜ਼ ਹਟਣਾ ਸ਼ੁਰੂ ਹੋ ਜਾਏ यीशु के नाम दे विच, हड्डियां जुड़नियां शुरू हो जान, नसां खुलनियां शुरू हो जान, यीशु मसीह की सामर्थ आनी शुरू हो जाए, प्रभु का डर इन्हां दी जिंदगियां च आना शुरू हो जाए। मैं खुदा दास तुहानूं हर एक बबा तो बाहर कढ़दा यीशु के नाम विच, बाहर आओ यीशु के नाम विच, बाहर आओ यीशु नाम च, बाहर आओ यीशु के नाम, बाहर आओ यीशु के नाम च, बाहर आओ यीशु के नाम च। सारी जोड़ां दी प्रॉब्लम चंगी होनी शुरू हो जाए, हर एक गठिया जाना शुरू हो जाए, हर एक नक की प्रॉब्लम जानी शुरू हो जाए, जिन्हें नक की हड्डी के प्रॉब्लम है चंगी होनी शुरू हो जाए, यीशु के नाम हैडिक जाना शुरू हो जाए, दिल दियां प्रॉब्लमां सारियां हटनियां शुरू हो जान, जिहड़े पाप के बंधन है टुटने शुरू हो जाने, पाप दीयां बीमारियां जानियां शुरू हो जान यीशु नाम विच। अज बड़ी हिम्मत दे, ताकत दे, दलेरी दे और पढ़न लिखन दे विच बच्चों की हैल्प कर पवित्र आत्मा जी, और सारे अच्छे एजुकेशन लैकर तेरे नाम की महिमा कर सकन प्रभु। ऑल वर्ल्ड और कंट्री दे मैं प्रेयर करदा, हर एक देश के लिए, हर एक कंट्री के लिए, जिहड़े भैन भाई ऑनलाइन आ बाद दे विच होण जा रहे आ, मैं हरेक के लिए प्रार्थना करदा, हरेक बेटे के लिए, हरेक बेटी के लिए, हरेक बिजनेसमैन के लिए, हरेक मंत्री के लिए, हरेक प्रशासन के लिए, हरेक लीडर्स के लिए, हरेक मंत्री के लिए परमेश्वर एक एक तो तेरी बड़ी कृपा बड़ी दया मैं चाहना हाँ, एक एक नूं बुद्धि दे, ज्ञान दे, समझ दे, हरेक बिलस के लिए, हरेक खुदावन खुदा महल्ले के लिए, गली के लिए, एक एक जन के लिए प्रभु, जिते भी लोग प्रभु रहिंदे हन उन्हां लोकां दे उत्ते प्रभु तेरी बड़ी रहमत नज़र आए, ते आउण वाले दिनां च सब दे सब यीशु नूं जानन, ते हर गोडा झुके, हर जुबान अंगीकार करे यीशु ही प्रभु है। प्रभु हर एक ईबल स्पिरिट नूं, गंदियां आत्मावां नूं, जो जनाकारी दियां आत्मा जां ईबल स्पिरिट जिहड़ियां सुपनिया द्वारा गलत इच्छावां प्रगट कर दियां, सारियां गंदियां आत्मा में भी जान, और मेरी प्रार्थना सारे शुद्ध हो जान, पवित्र हो जान। और रबा शानदा नमा थानी पवित्र आत्मा का बड़ा अभिषेक तुहाडे उत्ते उतरे, बड़ा मसा उतरे, बड़ी दया तुहाडे धीआं पुत्र सुधरने शुरू हो जान, तुहाडे बच्चे बनने शुरू हो जान। अरे खुदावन खुदा तुहाडी प्रॉब्लम नूं जानदा है ते अज ही वो डिसमिस कर रहा है। हालेलुया। सारी डायबिटीज शुगर की प्रॉब्लम हटनी शुरू हो जाए यीशु के नाम दे विच। जिन्हां दे हत्थां पैरां च प्रॉब्लम रहिंदी है वो चंगे होने शुरू हो जाओ, जिन्हां दे पेट दे विच प्रॉब्लम रहिंदी चंगे होना शुरू हो जाओ, जिन्हां दा घरां दे विच मन नहीं लगदा उन्हां दा घरां च मन लगना शुरू हो जाए, जिहड़े बाहर आवा गौण घूमते आ ते पाप देखते आ करते आ अज वो कंट्रोल दे विच आना शुरू हो जान। हर एक बहकाने वाला आत्मा उन्होंने छड्ड के जाए यीशु के नाम दे विच। हर एक दे उत्ते तेरी वड्डी रहमत दया नजर आवे पवित्र आत्मा जी। अज दी वड्डी प्रार्थना का असर इन्हां दे उत्ते ठहरे और मैं इन्हां नूं हील करदा यीशु के नाम दे विच। हर एक प्रॉब्लम तुहाडी जाए यीशु के नाम विच। तुसीं आनंद दे नाल अपनी गवाही लैके आओ और मैं चाहना तुसीं गवाह बनने शुरू हो जाओ। जिन्हें लोग गवाह बनना शुरू हो जाते हैं ऐसे समय हील होना शुरू हो जाओ, चंगे होना शुरू हो जाओ। तुहाडी टीवी स्क्रीन, लैपटॉप की स्क्रीन और तुहाडे मोबाइल स्क्रीन इस दे द्वारा एक बड़ी सामर्थ तुहाडे तक पहुँच रही है, बड़ा अभिषेक परमेश्वर का पहुँच रहा इस आवाज़ के जरिए और इस आवाज़ के जरिए परमेश्वर तुहानूं ब्लस कर रहा और आज़ाद कर रहा यीशु के नाम दे विच। बड़ी दया प्रभु तेरी चाहने यीशु मसीह का नाम लैके मंगते हैं। आमीन आमीन। हालेलुया हालेलुया। गॉड ब्लैस यू। क्योंकि खुदावंद खुदा तुहानूं प्यार करदा। मैनूं पता कि अज तुसीं पवित्र आत्मा नाल भरे हो ते तुहाडीआं फिजिकल मैंटलियां बहुत सारियां समस्यावां जा चुकियां। अपने आप नूं चैक कर सकते हो, उठ के बैठ के चल के फिर के तुर के
ਅੱਖਾਂ ਦੇ ਦੁਆਰਾ, ਕੰਨਾਂ ਦੇ ਦੁਆਰਾ, ਜੀਭ ਦੇ ਦੁਆਰਾ। ਥਾਇਰਾਇਡ ਦੇ ਮਰੀਜ਼ ਵੀ ਆਪਣੇ ਆਪ ਨੂੰ ਚੈੱਕ ਕਰਦੇ ਨੇ, ਗਿਲਟੀਆਂ ਰਸੌਲੀਆਂ, ਔਰ ਆਪਣੇ ਪੇਟ ਨੂੰ ਦਬਾ ਕੇ ਦੇਖ ਸਕਦੇ ਹੋ, ਡਿਸਕ ਨੂੰ ਦੇਖ ਸਕਦੇ ਹੋ। ਹਰ ਜਗ੍ਹਾ ਆਪਣੇ ਆਪ ਨੂੰ ਚੈੱਕ ਕਰੀਏ, ਤੁਸੀਂ ਚੰਗੇ ਹੋ ਚੁੱਕੇ ਹੋ ਯਿਸੂ ਦੇ ਨਾਮ ਦੇ ਵਿੱਚ। ਹਾਲੇਲੂਇਆ, ਹਾਲੇਲੂਇਆ। ਮੈਨੂੰ ਪਤਾ ਕਿ ਬਹੁਤ ਸਾਰੀਆਂ ਟੈਸਟਮਨੀਆਂ ਮੇਰੇ ਤੋਂ ਆ ਚੁੱਕੀਆਂ ਆ, ਔਰ ਸਾਡੀ ਟੀਮ ਤੱਕ ਪਹੁੰਚ ਚੁੱਕੀਆਂ ਆ, ਸਾਡੇ ਸੇਵਕਾਂ ਤੱਕ ਪਹੁੰਚ ਰਹੀਆਂ, ਔਰ ਖੁਦਾਵੰਦ ਖੁਦਾ ਉਹਨਾਂ ਨੂੰ ਹੋਰ ਵੀ ਜਦੋਂ ਅਸੀਂ ਲੋਕਡਾਊਨ ਖੁੱਲਾਂਗੇ ਔਰ ਅਸੀਂ ਸ਼ੇਅਰ ਕਰਾਂਗੇ ਚਰਚ ਦੇ ਵਿੱਚ ਜਾ ਕੇ, ਔਰ ਖੁਦਾਵੰਦ ਖੁਦਾ ਉਹਨਾਂ ਲੋਕਡਾਊਨ ਦੇ ਵਿੱਚ ਕਿੰਨੇ ਵੱਡੇ ਕੰਮ ਕੀਤੇ, ਆਨਲਾਈਨ ਕਿੰਨੇ ਕੰਮ ਕੀਤੇ, ਪਰਮੇਸ਼ਰ ਦੀ ਸਾਮਰਥ ਦੇ ਦੁਆਰਾ ਤੁਹਾਡੀਆਂ ਟੈਸਟਮਨੀ ਆਪਾਂ ਜ਼ਰੂਰ ਲਵਾਂਗੇ। ਔਰ ਮੇਰੀ ਭੈਣ, ਮੇਰੀ ਬੇਟੀ, ਮੈਂ ਦੇਖ ਰਿਹਾ ਕਿ ਨਿਰਾਸ਼ਾ ਦੇ ਵਿੱਚ ਆਸ਼ਾ ਤੈਨੂੰ ਮਿਲਣ ਜਾ ਰਹੀ ਆ। ਹਾਲੇਲੂਇਆ। ਔਰ ਸੰਡੇ ਨੂੰ ਫਿਰ ਅਸੀਂ ਲਾਈਵ ਹੋਵਾਂਗੇ, ਔਰ ਇੱਕ ਖਾਸ ਸੰਦੇਸ਼ ਮੈਂ ਤੁਹਾਡੇ ਲਈ ਲੈ ਕੇ ਜਾ ਰਿਹਾ ਹਾਂ। ਸਾਡੀ ਟੀਮ ਜਿਹੜੀ ਆ ਉਹ ਵਰਸ਼ਿਪ ਕਰੇਗੀ, ਔਰ ਮੈਂ ਪਰਮੇਸ਼ਰ ਦੀ ਸਾਮਰਥੀ ਵਚਨ ਨੂੰ ਤੁਹਾਡੇ ਨਾਲ ਸ਼ੇਅਰ ਕਰਾਂਗਾ। ਠੀਕ ਟਾਈਮ 'ਤੇ ਅਸੀਂ ਲਾਈਵ ਹੋਵਾਂਗੇ 12 ਤੋਂ 2 ਵਜੇ ਤੱਕ। 1 ਵਜੇ ਮੈਂ ਵਚਨ ਲੈ ਕੇ, ਪ੍ਰੇਅਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗਾ। ਹਾਲੇਲੂਇਆ। ਔਰ ਰੈਡੀ ਰਹੀਏ, ਔਰ ਆਪਣੀ ਹਰ ਜਗ੍ਹਾ ਪ੍ਰਾਰਥਨਾ ਦੇ ਵਿੱਚ ਰਹੀਏ। ਔਰ ਸਾਡੀ ਟੀਮ ਔਰ ਬਹੁਤ ਸਾਰੇ ਸਾਡੇ ਕਮੇਟੀ ਮੈਂਬਰ ਬਹੁਤ ਸਾਰਿਆਂ ਨੂੰ, ਗਰੀਬਾਂ ਨੂੰ ਰਾਸ਼ਨ ਦੇ ਰਹੇ ਆ, ਸਾਡੀ ਕਲੀਸਿਆ ਵਿੱਚ ਵੀ ਵੰਡਿਆ ਜਾ ਰਿਹਾ, ਹੋਰ ਵੀ ਜ਼ਰੂਰਤਮੰਦਾਂ ਨੂੰ ਦੇ ਰਹੇ ਆ। ਅਗਰ ਉਹਦੇ ਵਾਸਤੇ ਵੀ ਅਗਰ ਕੋਈ ਪ੍ਰਾਰਥਨਾ ਜਾਂ ਪਰਸਨਲੀ ਕੋਈ ਵੀ ਬੀਜਣਾ ਚਾਹੁੰਦਾ ਤਾਂ ਬੀਜ ਸਕਦਾ। ਮੈਂ ਖੁਦਾ ਦਾ ਦਾਸ ਤੁਹਾਡੇ ਲਈ ਇਸ ਗੱਲ ਦੇ ਲਈ ਵੀ ਪ੍ਰੇਅਰ ਕਰ ਰਿਹਾ ਹਾਂ, ਤਾਂ ਕਿ ਉਹਨਾਂ ਭੁੱਖੇ ਲਾਚਾਰਾਂ ਤੱਕ ਇਸ ਸਮੇਂ ਹੈਲਪ ਪਹੁੰਚ ਸਕੇ। ਆਮੇਨ। ਔਰ ਜਲਦੀ ਅਸੀਂ ਚਰਚਾਂ ਨੂੰ ਖੁੱਲ੍ਹੇ ਹੋਏ ਦੇਖਾਂਗੇ, ਔਰ ਚਰਚਾਂ ਦੇ ਵਿੱਚ ਬੰਦਗੀ ਕਰਾਂਗੇ। ਔਰ ਆਪਣੇ ਆਪ ਨੂੰ ਰੈਡੀ ਰੱਖੋ ਜਦੋਂ ਵੀ ਚਰਚ ਖੁੱਲ੍ਹੇ, ਔਰ ਬੜੀ ਸਾਮਰਥ ਦੇ ਨਾਲ ਤੁਸੀਂ ਉੱਥੇ ਪਹੁੰਚ ਸਕੋ। ਗੋਡ ਬਲੈਸ ਯੂ, ਗੁੱਡ ਨਾਈਟ, ਪ੍ਰੇਜ਼ ਦਾ ਲਾਰਡ। ਪਰਮੇਸ਼ਰ ਤੁਹਾਨੂੰ ਬਰਕਤ ਦੇ, ਅੱਜ ਦੀ ਰਾਤ ਤੁਹਾਡੇ ਨਾਲ ਗੱਲ ਕਰੇ, ਔਰ ਜਲਦੀ ਅਸੀਂ ਫਿਰ ਦੁਬਾਰਾ ਮਿਲਾਂਗੇ। ਗੋਡ ਬਲੈਸ ਯੂ, ਜੈ ਮਸੀਹ ਦੀ, ਪਰਮੇਸ਼ਰ ਆਸ਼ੀਰਵਾਦ ਦੇ।